ਅੱਜ ਤੱਕ ਚੌਧਰ ਦੇ ਨਾਂ ਦੇ ਉੱਤੇ ਕੌਮ ਨੇ ਕੀ ਕੀਤਾ ਤੇ ਜਿੱਥੇ ਪ੍ਰੈਕਟੀਕਲੀ ਜੀਵਨ ਜਿਹੜਾ ਹੈ ਉਹ ਗੁਰਸਿੱਖਾਂ ਦਾ ਉੱਥੇ ਵਰਤਦਾ ਪਿਆ ਤੇ ਉਸ ਗੁਰਸਿੱਖਾਂ ਦੇ ਜੀਵਨ ਨੇ ਜਿਹੜਾ ਹੈ ਉਹ ਕੀ ਦਿੱਤਾ। ਤੁਸੀਂ ਇੱਥੇ ਕੀ ਕਰਨ ਆਏ ਹੋ? ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਹਰਪ੍ਰੀਤ ਸਿੰਘ ਹੈ, ਮੈਂ ਦਿੱਲੀ ਤੋਂ ਆਇਆ। ਕਿਹਾ ਬੇਟਾ ਕੀ ਕਰਨ ਆਏ ਹੋ? ਕਹਿੰਦਾ ਕਿ ਮੇਰੀ ਮਾਮਾ ਕਹਿੰਦੀ ਹੈ ਕਿ ਇਹ ਗੁਰਸਿੱਖਾਂ ਨੇ ਨਾ ਫੇਰ ਨਹੀਂ ਆਉਣਾ ਇੱਥੇ ਤੇ ਮੈਂ ਅਸੀਸ ਲੈਣ ਆਇਆ ਤੇ ਅੰਕਲ ਤੁਸੀਂ ਮੈਨੂੰ ਅਸੀਸ ਜ਼ਰੂਰ ਦਿਓ। ਤੇ ਮੈਨੂੰ ਉਹਨਾਂ ਦੇ ਜਿਹੜੇ ਸ਼ਬਦ ਸੀ ਉਹ ਕਹਿੰਦਾ ਹੈ ਕਿ हमको आप जैसा लंगर बनाना तो नहीं आता पंजाब जैसा, पर 20-25 दिनों में हमने आपको आपसे प्यार से खिलाना सीख लिया है, तो आप प्लीज खा लीजिए। मैं ये तो नहीं कहता कि मैं गुरु नानक का सिख बन गया, पर ये जरूर कहूंगा कि गुरु नानक के घर की कुछ बात 25-30 दिनों में हम लोगों ने आपसे सीख ली है। मैं देखता पाया कि वीर जी दी अखां ने जो बिल्कुल पानी नाल नम हो चुकियां ते छोटे छोटे अथरू भी अखां चों गिरदे पे। पुकार टीवी द कॉल चैनल देख रहे सारे ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਇੱਕ ਮਹਾਨ ਸ਼ਖਸੀਅਤ ਸਰਦਾਰ ਕੁਲਜੀਤ ਸਿੰਘ ਜੀ ਸਿੰਘ ਬ੍ਰਦਰ ਵਾਲੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਤੇ ਉਹ ਪਿਛਲੀ ਦਿਨੀ ਦਿੱਲੀ ਜਾ ਕੇ ਆਏ ਨੇ ਤੇ ਅਸੀਂ ਉਹਨਾਂ ਤੋਂ ਉੱਥੋਂ ਦਾ ਜੋ ਉਹਨਾਂ ਦਾ ਐਕਸਪੀਰੀਅੰਸ ਹੈ, ਅੱਖੀ ਡਿੱਠਾ ਹਾਲ ਹੈ, ਉਹਦੇ ਬਾਰੇ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ। ਸਰਦਾਰ ਕੁਲਜੀਤ ਸਿੰਘ ਜੀ, ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਿਛਲੇ ਦਿਨੀ ਆਪ ਜਿਹੜੇ ਦਿੱਲੀ ਦੇ ਅੱਖੀ ਡਿੱਠਾ ਹਾਲ ਦੇਖ ਕੇ ਆਏ ਹੋ ਕਿਸਾਨ ਸੰਘਰਸ਼ ਮੋਰਚੇ ਦੇ ਉੱਤੇ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੋ ਪੱਖ ਮੈਨੂੰ ਲੱਗਦਾ ਹੈ ਕਿ ਦੋਵੇਂ ਪੱਖਾਂ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ। ਇੱਕ ਪੱਖ ਸੀ ਜਦੋਂ ਅਸੀਂ ਰਾਤੀ ਕਾਫੀ ਲੇਟ ਪਹੁੰਚੇ ਪ੍ਰਬੰਧ ਦਾ। ਦੂਸਰਾ ਪੱਖ ਹੈ ਕਿ ਜੋ ਉੱਥੇ ਚੜ੍ਹਦੀ ਕਲਾ ਦੇਖੀ ਤੇ ਜੋ ਉੱਥੇ ਗੁਰੂ ਨਾਨਕ ਪਾਤਸ਼ਾਹ ਵਰਤਦੇ ਹੋਏ ਵੇਖੇ, ਇਹ ਦੋਨਾਂ ਪੱਖਾਂ ਨੂੰ ਮੇਰੇ ਮਨ 'ਚ ਸੀ ਕਿ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂ। ਜੇ ਪ੍ਰਬੰਧ ਦੀ ਪਹਿਲੇ ਗੱਲ ਕਰਨਾ ਵਾ ਤੇ ਮੈਨੂੰ ਲੱਗਦਾ ਕਿ ਰਾਤੀ ਅਸੀਂ 12 ਕੁ ਵਜੇ ਤੋਂ ਬਾਅਦ ਪਹੁੰਚੇ, ਪਰ ਉੱਥੇ ਪਹੁੰਚਣ ਤੱਕ ਅਸੀਂ ਸਟੇਜ ਦੇ ਬਿਲਕੁਲ ਕੋਲ ਜਾ ਕੇ ਸਾਡਾ ਰਾਤ ਦਾ ਠਹਿਰਾਅ ਸੀ। ਉੱਥੋਂ ਤੱਕ ਜਾਂਦਿਆਂ ਜਿਸ ਤਰ੍ਹਾਂ ਪ੍ਰਬੰਧਕੀ ਵੀਰ ਭਾਵੇਂ ਉਹ ਪਹਿਰੇਦਾਰ ਸੀ ਜਾਂ ਸੇਵਾ ਕਰ ਰਹੇ ਸੀ ਸਫਾਈ ਦੀ, ਉਸ ਪੱਖ ਨੂੰ ਜਿੰਨੀ ਖੂਬਸੂਰਤੀ ਦੇ ਨਾਲ ਉੱਥੇ ਮੈਨੇਜ ਕੀਤਾ ਹੋਇਆ ਸੀ, ਬਿਲਕੁਲ ਇਸੇ ਤਰ੍ਹਾਂ ਹੀ ਮਹਿਸੂਸ ਹੋ ਰਿਹਾ ਸੀ ਜਿਵੇਂ ਕਿਸੇ ਜੰਗ ਦੇ ਮੈਦਾਨ ਦੇ ਵਿੱਚ ਤੁਸੀਂ ਜਿਹੜਾ ਹੈ ਉਹ ਬਿਲਕੁਲ ਅਗਲੀ ਜਿਹੜਾ ਹੈ ਉਹ ਬਾਰਡਰ ਦੇ ਉੱਤੇ ਜਾ ਰਹੇ ਹੋ। ਉਸ ਗੱਲ ਦੇ ਵਿੱਚ ਜਿਹੜੀ ਖੂਬਸੂਰਤੀ ਇਹ ਸੀ ਕਿ ਚੂँਕਿ ਸਾਡੀ, ਮੈਂ ਕਿਹਾ ਵੀ ਠਹਿਰਗਾਹ ਜਿਹੜੀ ਹੈ ਉਹ ਬਿਲਕੁਲ ਸਟੇਜ ਦੇ ਕੋਲ ਸੀ, ਸਾਨੂੰ ਰੋਕਿਆ ਗਿਆ ਬੜੇ ਸਤਿਕਾਰ ਨਾਲ, ਬੜੀ ਹਲੀਮੀ ਨਾਲ, ਬੜੇ ਪਿਆਰ ਨਾਲ। ਇਹ ਪੁੱਛਿਆ ਗਿਆ ਕਿ ਤੁਸੀਂ ਕਿੱਥੇ ਜਾਣਾ ਹੈ? ਅਸੀਂ ਕਿਹਾ ਕਿ ਸਾਡੀ ਰਿਹਾਇਸ਼ ਇੱਥੇ ਹੈ। ਉਹ ਕਹਿੰਦੇ ਸਾਡੀ ਗੱਲ ਕਰਵਾਈ ਜਾਵੇ ਜਿੱਥੇ ਤੁਸੀਂ ਜਾਣਾ ਹੈ। ਅਸੀਂ ਉਹਨਾਂ ਨਾਲ ਗੱਲ ਕਰਵਾਈ, ਸਾਨੂੰ ਉਹਨਾਂ ਨੇ ਜਾਣ ਦਿੱਤਾ, ਪਰ ਨਾਲ ਇਹ ਵੀ ਇੱਕ ਬੇਨਤੀ ਕੀਤੀ ਕਿ ਕਿਰਪਾ ਕਰਕੇ ਬਾਹਰ ਜ਼ਿਆਦਾ ਨਾ ਘੁੰਮਣਾ, ਕਿ ਇਸ ਏਰੀਏ ਦੇ ਵਿੱਚ ਜਿਵੇਂ ਸਾਡਾ ਸੈਂਸਿਟਿਵ ਏਰੀਆ ਅਤੇ ਅਸੀਂ ਪ੍ਰਬੰਧ ਤੇ ਇਸ ਤਰ੍ਹਾਂ ਦਾ ਕੀਤਾ ਹੋਇਆ। ਮੈਨੂੰ ਇਸ ਤਰ੍ਹਾਂ, ਜਿਸ ਤਰ੍ਹਾਂ ਉਹ ਨੌਜਵਾਨ ਵੀਰ ਹੋਰ ਵੀ, ਕਿਉਂਕਿ ਇਸ ਗੱਲ ਨੂੰ ਸਾਰੀ ਨੂੰ ਜੇ 3-4 ਮਿੰਟ ਵੀ ਲੱਗੇ ਤੇ ਹੋਰ ਵੀ ਜਿਹੜੇ ਲੋਕ ਆ ਰਹੇ ਸੀ ਜਾ ਰਹੇ ਸੀ, ਉਹਨਾਂ ਨੂੰ ਜਿਸ ਤਰੀਕੇ ਨਾਲ ਡਿਸਕਸ ਕੀਤਾ ਜਾ ਰਿਹਾ ਸੀ, ਕਨਵੇ ਕੀਤਾ ਜਾ ਰਿਹਾ ਸੀ, ਉਹਦੇ 'ਚ ਜ਼ਿੰਮੇਵਾਰੀ ਭਾਵਨਾ ਜ਼ਿਆਦਾ ਸੀ, ਬਜਾਏ ਕਿ ਬੱਧੀ ਰੁੱਧੀ ਡਿਊਟੀ ਵਾਲੀ ਉੱਥੇ ਕੋਈ ਗੱਲ ਜਿਹੜੀ ਆ ਉਹ ਮਹਿਸੂਸ ਨਹੀਂ ਸੀ ਹੋ ਰਹੀ। ਸਾਨੂੰ ਭਾਵੇਂ ਅਸੀਂ ਖੁੱਲ੍ਹੇ ਤੰਬੂਆਂ ਦੇ ਵਿੱਚ ਹੀ ਠਹਿਰੇ, ਪਰ ਜਿਹੜੇ ਗੁਰਮੁਖ ਪਿਆਰਿਆਂ ਨੇ ਉਹ ਪ੍ਰਬੰਧ ਕੀਤਾ ਸੀ ਉਹ ਇੰਨੇ ਕੁ ਧਿਆਨ 'ਚ ਕੋਈ ਪ੍ਰੋਬਲਮ ਤਾਂ ਨਹੀਂ, ਸਾਨੂੰ ਕੰਬਲ, ਸਾਨੂੰ ਹੋਰ ਹਰ ਚੀਜ਼ ਉਹਨਾਂ ਨੇ ਜਿਹੜੀ ਹੈ ਉਹ ਉੱਥੇ ਮੁਹੱਈਆ ਕਰਾਈ। ਉਹਦੇ 'ਚ ਵੀ ਫਿਰ ਮੈਂ ਗੱਲ ਕਹਿ ਰਿਹਾ ਕਿ ਪਿਆਰ, ਸ਼ਰਧਾ ਸਭ ਕੁਛ ਸ਼ਾਮਲ ਸੀ। ਕਿਤੇ ਵੀ ਕੋਈ ਜ਼ਬਰਦਸਤੀ ਕੋਈ ਪ੍ਰਬੰਧ ਕਿਸੇ ਦਾ ਕੋਈ ਕਰ ਰਿਹਾ ਹੋਵੇ, ਇਹੋ ਜਿਹੀ ਕੋਈ ਗੱਲ ਨਹੀਂ ਸੀ। ਜਿੱਥੋਂ ਤੱਕ ਅਗਲੇ ਦਿਨ ਸਵੇਰ ਜੋ ਕੁਛ ਦੇਖਿਆ, ਪਹਿਲੇ ਤਾਂ ਸਵੇਰੇ ਪ੍ਰਭਾਤ ਫੇਰੀ ਸ਼ੁਰੂ ਹੋ ਗਈ। ਉਹ ਆਪਣੇ ਆਪ 'ਚ ਲੱਗਾ ਵੀ ਚਲੋ ਆਪਣੇ ਸਮੇਂ ਨੂੰ ਇਹ ਸਾਰੇ ਇੱਥੇ ਸਕਾਰਥਾ ਕਰ ਰਹੇ ਨੇ ਕਿ
ਜਿਵੇਂ ਕਿ ਗੁਰੂ ਵੱਲੋਂ ਹੁਕਮ ਹੈ ਕਿ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਹੈ, ਅਤੇ ਉਸ ਚੜ੍ਹਦੀ ਕਲਾ ਦਾ ਅਹਿਸਾਸ ਸਵੇਰ ਦੀ ਸ਼ੁਰੂਆਤ ਦੇ ਨਾਲ ਹੀ ਹੈ ਕਿ ਸਵੇਰੇ ਪ੍ਰਭਾਤ ਫੇਰੀ ਨਾਲ ਸ਼ੁਰੂ ਹੋ ਗਿਆ। ਪਰ ਤਿੰਨ ਕੁ ਗੱਲਾਂ ਇਹੋ ਜਿਹੀਆਂ ਜਿਹੜੀਆਂ ਮੇਰੇ ਨਾਲ ਵਾਪਰੀਆਂ, ਜਿਹੜੀਆਂ ਖਾਸ ਕਰਕੇ ਮੇਰੇ ਮਨ ਦੇ ਵਿੱਚ ਉਹਨਾਂ ਦਾ ਇੱਕ ਇੰਪੈਕਟ ਹੈ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਹੈ। ਇੱਕ ਛੋਟਾ ਜਿਹਾ ਬੱਚਾ ਸੀ, 8 ਸਾਲ ਦਾ ਹੋਏਗਾ, 9 ਸਾਲ ਦਾ ਹੋਏਗਾ। ਮੂੰਗਫਲੀ ਦੀ ਅੱਧੀ ਕੁ ਬੋਰੀ ਉਹਦੇ ਅੱਗੇ ਪਈ ਹੋਈ ਸੀ, ਅਤੇ ਉਹ ਮੈਨੂੰ ਕਹਿੰਦਾ ਹੈ ਕਿ ਅੰਕਲ ਪਲੀਜ਼ ਮੂੰਗਫਲੀ ਲੈ ਲਓ। ਮੇਰਾ ਕੋਈ ਮਨ ਵੀ ਨਹੀਂ ਸੀ, ਪਰ ਉਸ ਬੱਚੇ ਨੇ ਜਿਸ ਪਿਆਰ ਨਾਲ ਉਹ ਗੱਲ ਕਹੀ, ਮੈਂ ਦੋਨੋਂ ਹੱਥ ਉਹਦੇ ਅੱਗੇ ਕੀਤੇ। ਉਹ ਅਜੇ ਸ਼ੁਰੂ ਹੀ ਕਰ ਰਿਹਾ ਸੀ ਆਪਣਾ, ਮੂੰਗਫਲੀ ਉਹ ਲੈ ਕੇ ਆਏ ਸੀ ਅਤੇ ਉਹਨੇ ਮੂੰਗਫਲੀ ਦਾ ਆਪਣਾ ਲੰਗਰ ਸ਼ੁਰੂ ਹੀ ਕਰ ਰਿਹਾ ਸੀ। ਉਹਨੇ ਇੱਕ ਹੱਥ ਨਾਲ ਭਰਿਆ, ਮੈਨੂੰ ਨਹੀਂ ਪਤਾ 5 ਦਾਣੇ ਜਾਂ 6 ਦਾਣੇ ਆਏ, ਪਰ ਉਹਨੇ ਵਾਪਸ ਪਾ ਦਿੱਤੇ। ਉਹਨੇ ਦੋਵੇਂ ਹੱਥਾਂ ਨਾਲ ਮੁੱਠੀ ਭਰੀ, ਅਤੇ ਮੇਰੀ ਤ੍ਰਿਪਤੀ ਤੋਂ ਵੱਧ ਮੈਂ ਕਹਾਂਗਾ ਕਿ ਉਹ ਜੋ ਪਿਆਰ ਉਸ ਬੱਚੇ ਨੇ ਮੇਰੀ ਜਦੋਂ ਬੁੱਕ 'ਚ ਪਾਇਆ, ਅਤੇ ਮੈਂ ਉਸ ਬੱਚੇ ਨੂੰ ਇੰਨੀ ਗੱਲ ਪੁੱਛੀ, ਮੈਂ ਕਿਹਾ ਬੇਟਾ ਤੁਸੀਂ ਇੱਥੇ ਕੀ ਕਰਨ ਆਏ ਹੋ, ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਹਰਪ੍ਰੀਤ ਸਿੰਘ ਹੈ, ਮੈਂ ਦਿੱਲੀ ਤੋਂ ਆਇਆ। ਕਿਹਾ ਬੇਟਾ ਕੀ ਕਰਨ ਆਏ ਹੋ? ਕਹਿੰਦਾ ਕਿ ਮੇਰੀ ਮਾਮਾ ਕਹਿੰਦੀ ਹੈ ਕਿ ਇਹ ਗੁਰਸਿੱਖਾਂ ਨੇ ਨਾ ਫਿਰ ਨਹੀਂ ਆਉਣਾ ਇੱਥੇ, ਅਤੇ ਮੈਂ ਅਸੀਸ ਲੈਣ ਆਇਆ, ਅਤੇ ਅੰਕਲ ਤੁਸੀਂ ਮੈਨੂੰ ਅਸੀਸ ਜ਼ਰੂਰ ਦਿਓ। ਮੇਰੇ ਕੋਲ ਨਾ ਤਾਂ ਸ਼ਬਦ ਸੀ, ਨਾ ਸੱਚਮੁੱਚ ਹੱਥ ਚੁੱਕਿਆ ਗਿਆ ਕਿ ਮੈਂ ਉਹਨੂੰ ਅਸੀਸ ਦੇ ਸਕਾਂ। ਪਰ ਇਹ ਸੱਚ ਹੈ ਕਿ ਗੁਰੂ ਨਾਨਕ ਦੇ ਦਰ ਦੇ ਉੱਤੇ ਅਰਦਾਸ ਬੇਨਤੀ ਜ਼ਰੂਰ ਕੀਤੀ ਕਿ ਸੱਚੇ ਪਾਤਸ਼ਾਹ ਪੰਥ ਦੀਆਂ ਅਸੀਸਾਂ ਉਹ ਇਸ ਬੱਚੇ ਦੀ ਝੋਲੀ 'ਚ ਪਾਓ। ਮੇਰੇ ਨਾਲ ਮੇਰੇ ਸਾਥੀ ਸੀ, ਉਹਨਾਂ ਨੇ ਜ਼ਰੂਰ ਉਸ ਬੱਚੇ ਦੇ ਸਿਰ 'ਤੇ ਹੱਥ ਵੀ ਰੱਖਿਆ, ਪਰ ਮਨ ਇਸ ਗੱਲ ਤੋਂ ਵੈਰਾਗ ਵਿੱਚ ਆ ਗਿਆ ਕਿ ਕਿਸ ਪਿਆਰ, ਕਿਸ ਸ਼ਰਧਾ ਦੇ ਨਾਲ ਉੱਥੇ ਇੱਕ 8 ਸਾਲ ਦਾ ਬੱਚਾ ਜੇ ਇਹ ਰੋਲ ਅਦਾ ਕਰ ਰਿਹਾ ਹੈ, ਅਤੇ ਜਿਹੜੇ ਉੱਥੇ 50 ਸਾਲਾਂ ਦੇ, 70 ਸਾਲਾਂ ਦੇ, 80 ਸਾਲਾਂ ਦੇ ਜੀ ਜਿਹੜੇ ਨੇ ਸਾਡੇ ਪਰਿਵਾਰ ਦੇ ਵੱਡੇ ਲੱਗੇ ਨੇ, ਉਹ ਗੁਰੂ ਨਾਨਕ ਸਾਹਿਬ ਦੀ ਉਹ ਜਿਹੜੇ 20 ਰੁਪਏ ਦੇ ਲੰਗਰ ਦੀ ਗੁੜਤੀ ਹੈ, ਉਹ ਉਹਨਾਂ ਨੇ ਕਿਤੇ ਨਾ ਕਿਤੇ ਕੈਰੀ ਕੀਤੀ ਹੋਈ ਹੈ। ਦੂਸਰੀ ਇੱਕ ਹੋਰ ਗੱਲ ਬੜੀ ਮਹੱਤਵਪੂਰਨ ਉਹ ਇਹ ਸੀ ਕਿ ਜਿੱਥੇ ਕਿ ਮੇਰੀ ਗੱਡੀ ਖਲੋਤੀ ਸੀ, ਉਸ ਗੱਡੀ ਦੇ ਕੋਲ ਹਰਿਆਣੇ ਤੋਂ ਕੁਛ ਸੱਜਣ ਸੀ, ਹਰਿਆਣਵੀ ਭਰਾ ਸੀ। ਕੇਸ ਤੇ ਨਹੀਂ ਸੀ, ਪਰ ਉਹ ਇੱਕ ਲੰਗਰ ਲਾ ਕੇ ਬੈਠੇ ਹੋਏ ਸੀ, ਜਿਹਦੇ 'ਚ ਉਹ ਫਰਾਈ ਕਰ ਰਹੇ ਸੀ, ਬ੍ਰੈਡ ਪਕੌੜਾ ਸੀ, ਕੁਛ ਫਰਾਈਮਸ ਸੀ, ਕੁਛ ਹੋਰ ਉਹਨਾਂ ਨੇ ਲੰਗਰ ਲਗਾਇਆ ਹੋਇਆ ਸੀ, ਨਾਲ ਚਾਹ ਦਾ ਲੰਗਰ ਸੀ। ਅਤੇ ਅਸੀਂ ਉਸ ਵੇਲੇ ਤੱਕ ਨਾਸ਼ਤਾ ਕਰ ਚੁੱਕੇ ਸੀ, ਅਤੇ ਅਸੀਂ ਬੁੱਕਸ ਚੁੱਕੇ ਉੱਥੇ ਸਾਹਿਬਜ਼ਾਦਿਆਂ ਦੇ ਉਹਦੇ ਕਰਕੇ ਲੈ ਕੇ ਗਏ ਸੀ, ਅਤੇ ਅਸੀਂ ਬੁੱਕਸ ਡਿਸਟਰੀਬਿਊਟ ਕਰਨੀਆਂ ਸੀ ਸਾਰਿਆਂ ਨੂੰ। ਅਤੇ ਅਸੀਂ ਕਾਰ 'ਚ ਬੁੱਕਸ ਲੈਣ ਆਏ, ਅਤੇ ਮੈਂ ਆਪਣੇ ਸਾਥੀਆਂ ਨੂੰ ਵੇਟ ਕਰਨ ਲੱਗ ਪਿਆ। ਅਤੇ ਸਾਥੀਆਂ ਨੂੰ ਵੇਟ ਕਰਦਿਆਂ ਕਰਦਿਆਂ ਜਦੋਂ ਨਾ ਮੈਂ ਉਹ ਵੇਖਿਆ, ਮੈਂ ਕਿਹਾ ਚੱਲ ਦੇਖਾਂ ਇਹ ਭਰਾ ਕੀ ਕਰਦੇ ਪਏ ਨੇ। ਅਤੇ ਉਹ ਇੱਕ ਹਰਿਆਣਵੀ ਵੀਰ ਮੈਨੂੰ ਕਹਿੰਦਾ ਸਰਦਾਰ ਜੀ ਛਕ ਲੀਜੀਏ, ਖਾ ਲੀਜੀਏ। ਅਤੇ ਮੈਂ ਉਹਨੂੰ ਕਿਹਾ ਕਿ ਨਹੀਂ, ਮੇਰੀ ਲੋੜ ਨਹੀਂ ਹੈਗੀ, ਮੈਂ ਨਹੀਂ ਖਾਣਾ ਹੈਗਾ। ਕਹਿੰਦਾ ਨਹੀਂ ਸਰਦਾਰ ਜੀ ਇੱਕ ਪੀਸ ਲੈ ਲੀਜੀਏ। ਜਿਸ ਪਿਆਰ ਨਾਲ ਉਹਨੇ ਕਿਹਾ, ਉਸ ਪਿਆਰ ਨੂੰ ਨਾ ਹੀ ਨਹੀਂ ਕਰਨੀ ਚੰਗੀ ਲੱਗੀ। ਅਤੇ ਮੈਨੂੰ ਉਹਨਾਂ ਦੇ ਜਿਹੜੇ ਸ਼ਬਦ ਸੀ, ਉਹ ਕਹਿੰਦਾ ਹੈ ਕਿ हमको आप जैसा लंगर बनाना तो नहीं आता पंजाब जैसा, पर 20-25 दिनों में हमने आपको प्यार से, आपसे प्यार से खिलाना सीख लिया है, तो आप प्लीज़ खा लीजिए। ਉਹ ਸ਼ਬਦਾਂ ਨਾਲ ਮਨ ਨੂੰ ਜਿਹੜਾ ਨਾ ਉਹ ਇੱਕਦਮ ਲੱਗਾ ਕਿ 20-25 ਦਿਨਾਂ ਦੀ ਸੰਗਤ 'ਚ ਕੀ ਕਰਿਸ਼ਮਾ ਜਿਹੜਾ ਹੈ ਉਹ ਵਰਤਦਾ ਪਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਚੱਲ ਮੈਨੂੰ ਇੱਕ ਪੀਸ ਦੇ ਦੇ। ਮੈਨੂੰ ਕਹਿੰਦਾ ਨਹੀਂ, 4, ਉਹ ਇੱਕ ਬ੍ਰੈਡ ਪੀਸ ਦੇ ਨਾ 4 ਪੀਸ ਕੱਟ ਕੇ ਦਿੰਦਾ ਸੀ, ਅਤੇ ਮੈਨੂੰ ਕਹਿੰਦਾ 4 ਪੀਸ ਤੁਸੀਂ ਜਿਹੜਾ ਨਾ ਉਹ ਲੈਣੇ ਆ। 4 ਪੀਸ ਜਦੋਂ ਉਹਨੇ ਦਿੱਤੇ, ਅਤੇ ਮੈਨੂੰ ਉਹਦੇ ਜਿਹੜੇ ਲਫ਼ਜ਼ ਯਾਦ ਨੇ, ਉਹ ਲਫ਼ਜ਼ ਇਹ ਸੀ, ਉਹ ਕਹਿੰਦਾ ਕਿ सरदार जी बस इसके साथ ये चाय का गिलास पकड़िए, और इतनी विनती है कि हम लोगों ने, मैं ये तो नहीं कहता कि मैं गुरु नानक का सिख बन गया, पर ये ज़रूर कहूँगा कि गुरु नानक के घर की कुछ बात 25-30 दिनों में हम लोगों ने आपसे सीख ली है।
ਹੁਣ ਉਸ ਗੱਲ ਨੂੰ ਜੇ ਮੈਂ ਕਿਤੇ ਨਾ ਕਿਤੇ ਇਹ ਦੇਖਾਂ ਕਿ ਪੰਥ ਨੇ 50 ਸਾਲਾਂ 'ਚ 60 ਸਾਲਾਂ 'ਚ 80 ਸਾਲਾਂ 'ਚ ਜਦੋਂ ਦਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਦੀ ਗੱਲ ਕਰਾਂ ਤੇ ਅਸੀਂ ਕੌਮ ਨੂੰ ਕਿੱਥੇ ਖੜਿਆ ਤੇ 25-30 ਦਿਨਾਂ ਦੇ ਕਿਰਤੀਆਂ ਦੇ ਸਧਾਰਨ ਸਿੱਖਾਂ ਦੇ ਉਸ ਇੱਕ ਇਕੱਠ ਨੇ, ਉਸ ਸਮੂਹ ਨੇ ਕੀ ਜਿਹੜਾ ਕਨਵੇ ਕੀਤਾ ਕਿ ਉਹ ਹਰਿਆਣੇ ਤੋਂ ਆਏ ਹੋਏ ਉਹ ਵੀਰ, ਉਹ ਸੱਜਣ ਵੀ ਇਹ ਮਹਿਸੂਸ ਕਰਦੇ ਨੇ ਕਿ ਗੁਰੂ ਨਾਨਕ ਦੀ ਸਿੱਖੀ ਦੇ ਕੁਝ ਅੰਸ਼ ਜਿਹੜੇ ਨੇ ਉਹਨਾਂ ਨੇ ਗ੍ਰਹਿਣ ਕਰ ਲਏ ਨੇ। ਮੈਨੂੰ ਆਪਣੇ ਆਪ ਦੇ ਵਿੱਚ ਜਿੱਥੇ ਮਾਣ ਵੀ ਮਹਿਸੂਸ ਹੋਇਆ, ਉੱਥੇ ਇਸ ਗੱਲ ਦਾ ਹਿਰਖ ਵੀ ਆਇਆ ਕਿ ਅੱਜ ਤੱਕ ਚੌਧਰ ਦੇ ਨਾਂ ਦੇ ਉੱਤੇ ਕੌਮ ਨੇ ਕੀ ਕੀਤਾ, ਤੇ ਜਿੱਥੇ ਪ੍ਰੈਕਟੀਕਲੀ ਜੀਵਨ ਜਿਹੜਾ ਹੈ ਉਹ ਗੁਰਸਿੱਖਾਂ ਦਾ ਉੱਥੇ ਵਰਤਦਾ ਪਿਆ, ਤੇ ਉਸ ਗੁਰਸਿੱਖਾਂ ਦੇ ਜੀਵਨ ਨੇ ਜਿਹੜਾ ਹੈ ਉਹ ਕੀ ਦਿੱਤਾ। ਇੱਥੇ ਮੈਂ 1 ਮਿੰਟ ਰੁਕਾਂਗਾ। ਮੈਂ ਦੇਖਦਾ ਪਿਆ ਕਿ ਵੀਰ ਜੀ ਦੀਆਂ ਅੱਖਾਂ ਨੇ ਜੋ ਉਹ ਬਿਲਕੁਲ ਪਾਣੀ ਨਾਲ ਨਮ ਹੋ ਚੁੱਕੀਆਂ ਹੈ ਅਤੇ ਛੋਟੇ ਛੋਟੇ ਅੱਥਰੂ ਵੀ ਅੱਖਾਂ 'ਚੋਂ ਗਿਰਦੇ ਪਏ ਆ। ਇੱਕ ਬੰਨੇ ਜਿਹੜੀਆਂ ਸਰਕਾਰਾਂ ਦੀਆਂ ਚਾਲਾਂ ਨੇ, ਗੋਦੀ ਮੀਡੀਆ ਹੈ, ਜਿਹੜਾ ਅਖੌਤੀ ਮੀਡੀਆ ਹੈ, ਉਹ ਇੱਕ ਬੰਨੇ ਸਿੱਖਾਂ ਦੀ, ਕਿਸਾਨਾਂ ਦੀ ਭੰਡੀ ਕਰ ਰਿਹਾ ਹੈ ਕਿ ਇੱਕ ਬੰਨੇ ਇੱਕ ਅਨਪੜ੍ਹ ਬੰਦੇ ਨੇ ਜਿਨ੍ਹਾਂ ਨੇ ਉੱਥੇ ਦਿੱਲੀ ਧਰਨਾ ਲਾ ਕੇ ਬੈਠੇ ਨੇ, ਅਤੇ ਇੱਕ ਪਾਸੇ ਸਿੱਖ ਅੱਤਵਾਦੀ ਨੇ। ਅਤੇ ਜਿਹੜੇ ਸਿੱਖਾਂ ਦੀ ਗੱਲ ਵੀਰ ਜੀ ਹੁਣਾਂ ਨੇ ਦੱਸੀ ਆ ਕਿ ਇੱਕ 8 ਸਾਲ ਦਾ ਬੱਚਾ ਅਤੇ ਇੱਕ ਹਰਿਆਣੇ ਵਾਲੇ ਜਿਹੜੇ ਵੀਰਾਂ ਨੇ ਲੰਗਰ ਲਾਇਆ, ਉਹਨਾਂ ਦੇ ਜਜ਼ਬਾਤ, ਉਹਨਾਂ ਸਿੱਖਾਂ ਬਾਰੇ ਜੋ ਵੀ ਫਰਕ ਹੈ ਤੁਹਾਨੂੰ ਇਸ ਵੀਡੀਓ 'ਚ ਮਿਲ ਜਾਏਗਾ ਕਿ ਜਿਹੜਾ ਮੋਦੀ ਮੀਡੀਆ, ਗੋਦੀ ਮੀਡੀਆ ਕਹਿ ਰਿਹਾ ਹੈ ਅਤੇ ਜਿਹੜਾ ਵੀਰ ਜੀ ਹੁਣਾਂ ਨੇ ਆਪਣੇ ਅੱਖੀਂ ਡਿੱਠਾ ਹਾਲ ਸੁਣਾਇਆ, ਉਹਦੇ 'ਚ ਤੁਹਾਨੂੰ ਅੰਤਰ ਜਿਹੜਾ ਦੇਖਣ ਨੂੰ ਉਹ ਮਿਲ ਜਾਏਗਾ। ਅਤੇ ਵੀਰ ਜੀ ਇੱਕ ਮੇਰਾ ਹੋਰ ਸਵਾਲ ਇੱਥੇ ਆ ਕਿ ਜਿਵੇਂ ਕਿ ਸਿੱਖਾਂ ਨੂੰ ਦੱਸਿਆ ਜਾ ਰਿਹਾ ਕਿ ਸਿੱਖ ਅੱਤਵਾਦੀ ਨੇ, ਵੱਖਵਾਦੀ ਨੇ, ਅਤੇ ਉਹਨਾਂ ਦੇ ਮਨਾਂ 'ਚ ਉੱਥੇ ਜਿਹੜੇ ਤੁਸੀਂ ਮਹਿਸੂਸ ਕਰਕੇ ਆਏ ਹੋ, ਉਹਨਾਂ ਦੇ ਮਨਾਂ 'ਚ ਇਹ ਗੱਲ ਕਿੱਦਾਂ ਹੈ? ਚਲੋ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਅਧਿਕਾਰ ਹੈ ਸਰਕਾਰ ਦੀਆਂ, ਆਪਣੀਆਂ ਚਾਲਾਂ ਹੁੰਦੀਆਂ ਨੇ ਕਿ ਉਹ ਕਿਸੇ ਵੀ ਮਿਸ਼ਨ ਨੂੰ ਫੇਲ ਕਰਨ ਲਈ ਕਿਸ ਤਰ੍ਹਾਂ ਦਾ ਪੇਸ਼ ਕਰਦੇ ਨੇ। ਉਹ ਉਹਨਾਂ ਨੂੰ ਮੁਬਾਰਕ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਉਹਨੂੰ ਬਹੁਤ ਜ਼ਿਆਦਾ ਡਿਸਕਸ ਇਸ ਕਰਕੇ ਨਹੀਂ ਕਰਨਾ ਚਾਹੀਦਾ ਕਿ ਜੇ ਤਾਂ ਸਾਫ਼ ਨੀਅਤ ਨਾਲ ਉਹ ਕੁਛ ਵੀ ਕਰ ਰਹੇ ਹੋਣ ਅਤੇ ਫਿਰ ਉਹਨੂੰ ਡਿਸਕਸ ਕਰੀਏ, ਅਤੇ ਫਿਰ ਮੈਨੂੰ ਲੱਗਦਾ ਵੀ ਸਮਝ ਵੀ ਆਉਂਦੀ ਹੈ। ਜਦੋਂ ਸਾਨੂੰ ਉਹਨਾਂ ਦੀ ਭਾਵਨਾ ਵੀ ਪਤਾ ਹੈ, ਸਾਨੂੰ ਉਹਨਾਂ ਦੀ ਨੀਅਤ ਵੀ ਪਤਾ ਹੈ, ਅਤੇ ਫਿਰ ਉਹਨੂੰ ਡਿਸਕਸ ਕਰਨ ਦੀ ਬਜਾਏ ਮੈਂ ਤੁਹਾਨੂੰ ਇੱਕ ਹੋਰ ਇਨਸੀਡੈਂਟ ਪਹਿਲੇ ਜਿਹੜਾ ਕੋਟ ਕਰਕੇ ਅਤੇ ਫਿਰ ਮੈਂ ਜਿਹੜੀ ਗੱਲ ਐਕਚੁਅਲ ਉੱਥੋਂ ਦੀ ਕਹਿਣੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਕਿਵੇਂ ਵਰਤ ਰਹੇ ਸੀ, ਇਹ ਮੇਰੀ ਫੀਲਿੰਗ ਹੈ। ਅਤੇ ਉੱਥੇ ਤੁਸੀਂ ਆਪ ਦੇਖੋਗੇ ਇਹੋ ਜਿਹੇ ਰੋਜ਼ ਸੈਂਕੜੇ ਉੱਥੇ ਤੁਸੀਂ ਕਹੋ ਵੀ ਵਰਤਾਰੇ ਵਰਤ ਰਹੇ ਨੇ, ਜਿਹਦੇ 'ਚ ਤੁਸੀਂ ਮਹਿਸੂਸ ਕਰੋਗੇ ਕਿ ਗੁਰੂ ਸਾਹਿਬ ਆਪ ਕਿਵੇਂ ਵਰਤ ਰਹੇ ਨੇ। ਉੱਥੇ 3 ਬੱਚੀਆਂ ਸੀ ਦਿੱਲੀ ਦੀਆਂ, ਮੋਸਟ ਲਾਈਕਲੀ ਹੋਣਗੀਆਂ, ਮੈਂ ਪੁੱਛਿਆ ਤੇ ਨਹੀਂ, ਨੌਜਵਾਨ ਕੁੜੀਆਂ 20-25 ਸਾਲ ਦੀਆਂ, ਵੈਲ ਡਰੈਸਡ। 3 ਬੱਚੀਆਂ ਨੇ, ਇੱਕ ਬੱਚੀ ਨੇ ਹੱਥ ਦੇ ਵਿੱਚ ਇੱਕ ਲਿਫਾਫਾ ਫੜਿਆ ਹੋਇਆ ਸੀ ਜਿਹਦੇ 'ਚ ਟਾਵਲ ਸੀ, ਤੌਲੀਏ ਸੀ। ਇੱਕ ਬੱਚੀ ਸੀ ਜਿਹਦੇ ਹੱਥ 'ਚ ਤੁਸੀਂ ਕਹੋ ਕਿ ਜੁਰਾਬਾਂ, ਰੁਮਾਲ ਇਸ ਤਰ੍ਹਾਂ ਦੀ ਸੀ। ਇੱਕ ਬੱਚੀ ਸੀ ਜਿਹਦੇ ਹੱਥ 'ਚ ਇੱਕ ਲਿਫਾਫਾ ਸੀ ਜਿਹਦੇ 'ਚ ਓਡੋਮੋਸ, ਬਰੱਸ਼, ਪੇਸਟ, ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਸੀਗੀ। ਪਿੱਛੇ ਉਹਨਾਂ ਦਾ ਸਟਾਕ ਕਿੱਥੇ ਪਿਆ ਹੋਏਗਾ ਮੈਨੂੰ ਨਹੀਂ ਪਤਾ, ਪਰ ਮੈਂ ਉਹ ਬੱਚੀਆਂ ਨੂੰ 3 ਨੂੰ ਦੇਖ ਰਿਹਾ ਸੀ। ਮੈਨੂੰ ਆਪਣੀ ਬੇਟੀ ਇੱਕਦਮ ਧਿਆਨ 'ਚ ਆਈ ਕਿ ਯਾਰ ਸਾਨੂੰ ਵੀ ਆਪਣੀਆਂ ਬੱਚੀਆਂ ਨੂੰ ਕਿਉਂ ਲੈ ਕੇ ਆਉਣਾ ਚਾਹੀਦਾ। ਉਹ ਮੈਂ ਉਸ ਗੱਲ ਨੂੰ, ਉਸ ਨਰੇਟਿਵ ਨੂੰ ਸਿਰਫ ਸ਼ੇਅਰ ਕਰਨ ਲੱਗਾ ਕਿ ਉਹ 3 ਬੱਚੀਆਂ ਇੱਕ ਟਰਾਲੀ 'ਤੇ ਜਾ ਰਹੀਆਂ। ਅੰਕਲ ਤੁਹਾਨੂੰ ਟਾਵਲ 'ਤੇ ਨਹੀਂ ਚਾਹੀਦਾ, ਅੰਕਲ ਤੁਹਾਨੂੰ ਪੇਸਟ 'ਤੇ ਨਹੀਂ ਚਾਹੀਦੀ, ਅੰਕਲ ਤੁਹਾਨੂੰ ਓਡੋਮੋਸ 'ਤੇ ਨਹੀਂ ਚਾਹੀਦੀ, ਅੰਕਲ ਜੁਰਾਬਾਂ 'ਤੇ ਨਹੀਂ ਚਾਹੀਦੀਆਂ। ਅਤੇ ਮੈਨੂੰ ਸੱਚੀ ਮੁੱਚੀ ਇਸ ਤਰ੍ਹਾਂ ਲੱਗਾ ਵੀ ਗੁਰੂ ਨਾਨਕ ਸਾਹਿਬ ਦਾ ਮੋਦੀਖਾਨਾ ਵੀ ਤਾਂ ਇਸ ਤਰ੍ਹਾਂ ਦਾ ਹੀ ਹੋਏਗਾ। ਪਰ ਇਹ ਗੁਰੂ ਨਾਨਕ ਸਾਹਿਬ ਆਪਣੇ ਉਸ ਮੋਦੀਖਾਨੇ ਤੋਂ ਵੀ ਅਗਲੇ ਰੂਪ 'ਚ ਆਪ ਵਰਤ ਰਹੇ ਨੇ ਕਿ ਉੱਥੇ ਤਾਂ ਮੋਦੀਖਾਨਾ ਸੀ ਅਤੇ ਲੋਕ ਜਾਂਦੇ ਸੀ ਅਤੇ ਆਪਣੀ ਚੀਜ਼ ਲੈ ਆਉਂਦੇ ਸੀ, ਪਰ ਇੱਥੇ ਗੁਰੂ ਨਾਨਕ ਸਾਹਿਬ ਆਪ ਵਰਤ ਕੇ ਅਤੇ ਟਰਾਲੀਆਂ 'ਤੇ ਜਾ ਰਹੇ ਨੇ, ਪੁੱਛ ਰਹੇ ਨੇ ਤੁਹਾਨੂੰ ਕੁਛ ਚਾਹੀਦਾ ਤਾਂ ਨਹੀਂ, ਤੁਹਾਨੂੰ ਕੁਛ ਲੋੜ ਤਾਂ ਨਹੀਂ।
ਤੇ ਮੈਨੂੰ ਇੱਥੋਂ ਜਾ ਕੇ ਆਪਣੀ ਸਿੱਖੀ ਦੀ ਅਮੀਰੀ ਦਾ ਅਹਿਸਾਸ ਹੋਇਆ ਕਿ ਕਿੱਥੇ ਤੇ ਸਾਨੂੰ ਜੋ ਜੋ ਤੁਸੀਂ ਕਿਹਾ ਵੀ ਅੱਤਵਾਦੀ ਕਹਿ ਲਓ, ਵੱਖਵਾਦੀ ਕਹਿ ਲਓ, ਦੇਸ਼ ਵਿਰੋਧੀ ਕਹਿ ਲਓ, ਪਰ ਕਿੱਥੇ ਅਸੀਂ ਜੇ ਇਸ ਗੱਲ ਦੇ ਉੱਤੇ ਆਈਏ ਕਿ ਕਿਸੇ ਦੀ ਤਕਲੀਫ, ਮੈਂ ਨਹੀਂ ਕਹਾਂਗਾ ਉਹ ਬੱਚੀਆਂ ਮੇਰੀਆਂ ਬੱਚੀਆਂ ਨੇ, ਮੇਰੀ ਬੱਚੀ ਵੀ ਹੁੰਦੀ ਤੇ, ਪਰ ਉਹ ਪ੍ਰੇਰਣਾ ਕਿਤੇ ਨਾ ਕਿਤੇ ਗੁਰੂ ਨਾਨਕ ਦੀ ਹੋਏਗੀ ਤੇ ਉਹ ਬੱਚੀਆਂ ਜਿਹੜੀਆਂ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਇਸ ਗੱਲ ਲਈ ਪ੍ਰਪੇਅਰ ਕੀਤਾ ਕਿ ਬੇਟਾ ਤੁਸੀਂ ਉੱਥੇ ਜਾ ਕੇ ਸੇਵਾ ਕਰਨੀ ਹੈ। ਤੇ ਜਿਹੜਾ ਗੁਰੂ ਨਾਨਕ ਦੀ ਪ੍ਰੇਰਣਾ ਤੇ ਆਇਆ ਤੇ ਉਹ ਗੁਰੂ ਨਾਨਕ ਦਾ ਰੂਪ ਬਣ ਕੇ ਉਹ ਬੱਚੀਆਂ ਨੇ ਮੈਨੂੰ ਕਦੀ ਨਹੀਂ ਮਿਲਣਾ। ਉਹ ਮੈਂ 2 ਮਿੰਟ ਲਈ 4 ਮਿੰਟ ਲਈ ਜਿਹੜਾ ਵੀ ਉਹਨਾਂ ਨੂੰ ਬੱਚੀਆਂ ਨੂੰ ਦੇਖਿਆ, ਮੈਨੂੰ ਸਾਰੇ ਐਪੀਸੋਡ ਦੇ ਵਿੱਚ ਹੋਰ ਵੀ ਕਈ ਗੱਲਾਂ ਉੱਥੇ ਸਾਰੇ ਦਿਨ ਦੇ ਵਿੱਚ ਮੈਂ ਮਹਿਸੂਸ ਕੀਤੀਆਂ ਅਲੱਗ-ਅਲੱਗ ਲੰਗਰਾਂ ਦੇ ਵਿੱਚ। ਪਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਉਹ ਇਹ ਹੈ ਕਿ ਬਹੁਤ ਜ਼ਰੂਰੀ ਹੈ ਕਿ ਇੱਕ ਵਾਰੀ ਉੱਥੇ ਆਪਣੇ ਪਰਿਵਾਰ ਨਾਲ ਜ਼ਰੂਰ ਜਾਓ। ਤੁਸੀਂ ਸ਼ਾਇਦ ਪਿਛਲੇ 20 ਸਾਲਾਂ 'ਚ 15 ਸਾਲਾਂ 'ਚ ਆਪਣੇ ਬੱਚੇ ਦੀ ਝੋਲੀ 'ਚ ਉਹ ਕੁਛ ਨਾ ਪਾ ਸਕੇ ਹੋਵੋ ਜੋ ਉੱਥੇ ਉਹ ਬੱਚਾ 2 ਦਿਨਾਂ ਦੇ ਵਿੱਚ, 1 ਦਿਨ ਦੇ ਵਿੱਚ, ਸਵੇਰੇ ਜਾਓ, ਅਰਲੀ ਮਾਰਨਿੰਗ ਚਲੇ ਜਾਓ, 10 ਘੰਟੇ ਉੱਥੇ ਰਹੋ, ਸ਼ਾਮੀ ਵਾਪਸ ਆ ਜਾਓ, ਪਰ ਜ਼ਰੂਰ ਜਾਓ। ਉੱਥੋਂ ਜੋ ਬੱਚਾ ਲੈ ਕੇ ਆਏਗਾ ਨਾ ਉਹਦੇ 'ਚ ਕਿਤੇ ਨਾ ਕਿਤੇ ਤੇ ਗੁਰੂ ਨਾਨਕ ਵਰਤਦਾ ਦੇਖ ਕੇ ਆਏਗਾ, ਉੱਥੇ ਕਿਤੇ ਨਾ ਕਿਤੇ ਸਿੱਖੀ ਸਪਿਰਿਟ ਦੇਖ ਕੇ ਆਏਗਾ, ਉੱਥੇ ਕਿਤੇ ਨਾ ਕਿਤੇ ਬੱਚਾ ਸਾਡੇ ਬਜ਼ੁਰਗ ਸ਼ਹਾਦਤਾਂ ਵੇਲੇ ਕਿਵੇਂ ਆਪਣਾ ਆਪ ਪ੍ਰਪੇਅਰ ਕਰਦੇ, ਅਸੀਂ ਕਹਿੰਦੇ ਨਾ ਹੱਸਦੇ ਹੱਸਦੇ ਗਲਾਂ ਦੇ ਵਿੱਚ ਹਾਰ ਪਵਾ ਲਏ ਬੱਚਿਆਂ ਦੇ ਟੋਟੇ ਕਰਵਾ ਕੇ, ਉਹ ਗੱਲ ਮਹਿਸੂਸ ਕਰੋਗੇ। ਦੁੱਖ ਹੈ, ਤਕਲੀਫ ਹੈ, ਠੰਡ ਹੈ, ਤੁਸੀਂ ਕਹੋ ਕਿ ਪਾਣੀ ਆ ਰਿਹਾ, ਚੋ ਰਿਹਾ, ਸਭ ਕੁਛ ਹੈ, ਪਰ ਉਸ ਤਕਲੀਫ ਨੂੰ ਮਹਿਸੂਸ ਨਾ ਕਰਕੇ ਗੁਰੂ ਦੇ ਹੁਕਮ ਨੂੰ ਜਾਂ ਕੌਮ ਦੀ ਖੁਸ਼ੀ ਨੂੰ ਜਾਂ ਆਪਣੇ ਕਿਸਾਨ ਭਰਾਵਾਂ ਦੇ ਜਜ਼ਬੇ ਵਾਸਤੇ ਸਾਰਾ ਕੁਝ ਪਿੱਛੇ ਪਿਆ ਹੋਵੇ ਤੇ ਤੁਹਾਨੂੰ ਐਗਜ਼ੈਕਟ ਉਹ ਗੱਲਾਂ ਜਿਹੜੀਆਂ ਅਰਦਾਸ ਦੇ ਵਿੱਚ ਰੋਜ਼ ਕਰਦੇ ਹੋ ਨਾ ਉਹ ਤੁਹਾਨੂੰ ਉੱਥੇ ਮਹਿਸੂਸ ਹੋਣਗੀਆਂ ਕਿ ਕਿਵੇਂ ਚਰਖੜੀਆਂ ਤੇ ਚੜੇ ਹੋਣਗੇ, ਕਿਵੇਂ ਟੋਟਿਆਂ ਵਾਲੇ ਹਾਰ ਗਲੇ 'ਚ ਪਏ ਹੋਣਗੇ ਕਿ ਤੁਹਾਨੂੰ ਉੱਥੇ ਜਾ ਕੇ ਮਹਿਸੂਸ ਹੀ ਨਹੀਂ ਹੁੰਦਾ। ਅਸੀਂ ਇੱਥੇ ਰਜਾਈਆਂ 'ਚ ਵੀ ਹਾਂ, ਬੱਚਿਆਂ ਨੂੰ ਅਸੀਂ ਵਾਟਰ ਬੋਟਲਸ ਵੀ ਦੇ ਰਹੇ ਹਾਂ, ਬੱਚਿਆਂ ਨੂੰ ਹੀਟਰ ਵੀ ਲਾਏ ਨੇ, ਫਿਰ ਵੀ ਹੈ ਕਿ ਪਤਾ ਨਹੀਂ ਬੱਚਾ ਰਾਤੀ ਸੁੱਤਾ ਕਿ ਨਹੀਂ ਸੁੱਤਾ। ਪਰ ਉੱਥੇ ਸਾਰੇ ਤਰ੍ਹਾਂ ਦੀਆਂ ਦੁੱਖਾਂ ਤਕਲੀਫਾਂ ਦੇ ਬਾਵਜੂਦ ਜਿਸ ਚੜ੍ਹਦੀ ਕਲਾ ਵਾਲੇ ਜਜ਼ਬੇ 'ਚ ਉਹ ਸਾਰੇ ਜਾਣੇ ਨੇ, ਉੱਥੇ ਤੁਹਾਨੂੰ ਜਾ ਕੇ ਇਹ ਲੱਗੇਗਾ ਕਿ ਇਕੱਠ ਦੇ ਵਿੱਚ ਜਿੱਥੇ ਗੁਰੂ ਵਰਤਦਾ ਹੋਵੇ ਉੱਥੇ ਫਿਰ ਆਪਣੇ ਆਪ ਜਿਹੜਾ ਨਾ ਉਹ ਬਰਕਤ ਪੈਂਦੀ ਹੈ। ਇਸ ਕਰਕੇ ਮੈਂ ਜ਼ਰੂਰ ਸੋਚਦਾ ਕਿ ਆਪਣੇ ਪਰਿਵਾਰ ਦੇ ਜੀਆਂ ਨੂੰ ਉੱਥੇ ਲੈ ਕੇ ਜਾਓ। ਕੋਈ ਲੜਾਈ ਨਹੀਂ ਕਰਨੀ, ਤੁਸੀਂ ਕੋਈ ਬੈਰੀਕੇਡ ਨਹੀਂ ਤੋੜਨੇ, ਪਰ ਇਹ ਸੱਚ ਜਾਣਿਓ ਕਿ ਤੁਹਾਡੇ ਇੱਕ ਇੱਕ ਸਿਰ ਦਾ ਮੁੱਲ ਪਏਗਾ ਕਿ ਇਹ ਉਹ ਸਿਰ ਨੇ ਜਿਨ੍ਹਾਂ ਦੀ ਗਿਣਤੀ ਇੰਨੀ ਹੋ ਗਈ ਤੇ ਇਹ ਉੱਥੇ ਸਰਕਾਰ ਦੇ ਉਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਗਵਾਹੀ ਭਰਨ ਲਈ ਇੱਥੇ ਆਏ ਨੇ, ਸ਼ਾਦੀ ਭਰਨ ਲਈ ਆਏ ਨੇ। ਮੈਂ ਕਿਸੇ ਕਿਸਾਨ ਵੀਰ ਸਿਰ ਅਹਿਸਾਨ ਨਹੀਂ ਕਰਨਾ, ਮੈਂ ਆਪਣੇ ਲਈ ਚੱਲਿਆ। ਅੱਜ ਯਾਦ ਰੱਖਿਓ ਕਿ ਜਿਹੜਾ 30 ਰੁਪਏ ਕਿਲੋ ਆਟਾ ਇਹ ਜਦੋਂ 60 ਰੁਪਏ ਜਾਂ 80 ਰੁਪਏ ਜਾਂ 90 ਰੁਪਏ ਮੈਨੂੰ ਦੇਣਾ ਪੈਣਾ ਨਾ, ਉਸ ਦਿਨ ਮੈਨੂੰ ਅਹਿਸਾਸ ਹੋਏਗਾ ਕਿ ਯਾਰ ਉਹ ਕਿਸਾਨ ਗਏ ਸੀ। ਤੁਸੀਂ ਇਹ ਨਾ ਸੋਚੋ ਕਿ ਕਿਸਾਨਾਂ ਦੇ ਘਰ 'ਚ ਅੱਗ ਲੱਗੀ ਹੈ, ਉਸ ਅੱਗ ਨੇ ਥੋੜ੍ਹੀ ਜਿਹੀ ਹਵਾ ਹੋਰ ਤੇਜ਼ ਚੱਲੀ, ਕਿਉਂਕਿ ਥੋੜ੍ਹੀ ਜਿਹੀ ਹਵਾ ਤੇ ਪਹਿਲੀ ਵਾਰੀ ਹੈ ਕਿ ਠੱਲੀ ਹੈ ਕਿਸਾਨਾਂ ਨੇ, ਉਹ ਹਵਾ ਜਿਸ ਤੇਜ਼ੀ ਨਾਲ ਚੱਲ ਰਹੀ ਸੀ ਉਸ ਹਵਾ ਨੇ ਕਦੋਂ ਤੁਹਾਡੇ ਘਰਾਂ ਨੂੰ ਆਪਣੇ ਨਾਲ ਵਿੱਚ ਲੈ ਲੈਣਾ ਉਹ ਤੁਹਾਨੂੰ ਪਤਾ ਨਹੀਂ ਲੱਗਣਾ। ਸੋ ਆਪਣੇ ਇਸ ਫਰਜ਼ ਨੂੰ ਜ਼ਰੂਰ ਸਮਝੋ, ਆਪਣੇ ਬੱਚਿਆਂ ਨੂੰ ਆਪਣੇ ਲਈ, ਕਿਸੇ ਸਿਰ ਅਹਿਸਾਨ ਕਰਨ ਲਈ ਨਹੀਂ, ਕਿ ਤੁਹਾਡੇ ਬੱਚੇ ਕੀ ਸਿੱਖ ਕੇ ਆਉਣਗੇ, ਇਹ ਜ਼ਰੂਰ ਆਪਣੇ ਬੱਚਿਆਂ ਨੂੰ ਉੱਥੇ 1 ਦਿਨ ਲਈ 2 ਦਿਨ ਲਈ ਲੈ ਕੇ ਜਾਓ। ਮੈਂ ਇਹ ਗੱਲ ਜਿਹੜੀ ਆ ਉਹ ਬੇਨਤੀ ਕਰਨੀ ਚਾਹੁੰਦਾ। ਜਿਵੇਂ ਤੁਸੀਂ ਵੀਰ ਜੀ ਦੱਸਿਆ ਕਿ ਤੁਹਾਡੇ ਦੱਸਣ ਦੇ ਵਿੱਚ ਹੀ ਸਾਨੂੰ ਇੱਕ ਮਾਣ ਜਿਹਾ ਮਹਿਸੂਸ ਹੋ ਰਿਹਾ, ਜਦੋਂ ਸਾਡੇ ਦਰਸ਼ਕ ਸੁਣਨਗੇ ਉਹ ਵੀ ਆਪਣੇ ਆਪ 'ਤੇ ਪ੍ਰਾਊਡ ਫੀਲ ਕਰਨਗੇ ਕਿ ਸਾਨੂੰ ਇੱਕ ਨਾ ਇੱਕ ਵਾਰ ਉੱਥੇ ਜਾ ਕੇ ਉੱਥੋਂ ਦਾ ਜੋ ਅੱਖੀ ਡਿੱਠਾ ਹਾਲ ਹੈ
ਉਹ ਆਪਣੇ ਆਪ ਤੇ ਹੰਢਾਉਣਾ ਪਏਗਾ ਤੇ ਫਿਰ ਹੀ ਸਾਡੀ ਕੀ ਗਿਣਤੀ ਉਹਨਾਂ 'ਚ ਆਏਗੀ। ਇਸ ਵੇਲੇ ਸਮਾਂ ਉਹ ਨਹੀਂ ਹੈ ਕਿ ਸ਼ਹੀਦੀਆਂ ਪਾਣੀਆਂ ਨੇ ਤੇ ਨਾ ਹੀ ਆਪਾਂ ਉੱਥੇ ਕੋਈ ਭੀੜ ਇਕੱਠੀ ਕਰਨੀ ਆ। ਬਸ ਇਹ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜੇ ਹਾਂ। ਬਸ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਤੇ ਨਾਲ ਦੇ ਨਾਲ ਹੀ ਆਪਾਂ ਨੂੰ ਆਪਣੇ ਜੀਵਨ 'ਚ ਕੱਲ੍ਹ ਨੂੰ ਸਾਨੂੰ ਕੋਈ ਕਹਿ ਨਾ ਸਕੇ ਕਿ ਕਿਸਾਨ ਸੰਘਰਸ਼ ਜਿਹੜਾ ਉੱਥੇ ਹੋ ਰਿਹਾ ਸੀ ਉਹਦੇ ਵਿੱਚ ਆਪਾਂ ਜਾ ਨਹੀਂ ਪਾਏ, ਪਹੁੰਚ ਨਹੀਂ ਸਕੇ। ਕੰਮ ਨਹੀਂ ਕਦੀ ਮੁੱਕਣੇ। ਕਿਉਂ ਵੀਰ ਜੀ? ਮੈਂ ਨਾ ਬਿਲਕੁਲ ਜਿਹੜੀ ਗੱਲ ਹਰਪ੍ਰੀਤ ਜੀ ਤੁਸੀਂ ਇਹ ਗੱਲ ਕਹੀ ਹੈ ਨਾ ਕਿ ਕੰਮ ਵੀ ਨਹੀਂ ਮੁੱਕਣੇ, ਦੂਸਰੀ ਗੱਲ ਇਹ ਵੀ ਤੈਅ ਹੈ ਕਿ ਅਸੀਂ ਉੱਥੇ ਕੋਈ ਮਰਨ ਨਹੀਂ ਚੱਲੇ। ਮੈਂ ਉੱਥੇ ਸੱਚਮੁੱਚ ਦੇਖਦਾ ਕਿਸ ਤਰ੍ਹਾਂ ਦਾ ਅਲਬੇਲਪੁਣਾ ਹੈ। ਇਕੱਲਾ ਹੀ ਬੰਦਾ ਮੰਨ ਲਓ ਚਲਾ ਗਿਆ, ਉਹ ਹੱਥ 'ਚ ਪੋਸਟਰ ਫੜ ਕੇ ਖਲੋਤਾ ਹੋਇਆ, ਕੋਈ ਇਕੱਲਾ ਹੀ ਜਿਹੜਾ ਉੱਥੇ ਆਪਣੇ ਆਪ ਨੂੰ ਸੰਗਲ ਮਾਰ ਕੇ ਜੰਦਰੇ ਮਾਰ ਕੇ ਉਹ ਖਲੋਤਾ ਆਪਣਾ ਆਪ ਹਿੱਸਾ ਬਣ ਰਿਹਾ। ਕੋਈ 5 ਭਰਾ ਇਕੱਠੇ ਹੋ ਕੇ ਚਲੇ ਗਏ ਨੇ, ਉਹਨਾਂ ਨੇ ਆਪਣੀ ਇੱਕ ਟੀਮ ਬਣਾਈ ਹੈ, ਉਹ ਆਪਣੀ ਟੀਮ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਸ਼ਾਮਲ ਕਰ ਰਹੇ ਨੇ। ਲੋਕੀ ਕਬੱਡੀ ਦੇ ਮੈਚ ਹੋ ਰਹੇ ਨੇ, ਲੋਕੀ ਉੱਥੇ ਡਰਾਮੇ ਖੇਡੇ ਜਾ ਰਹੇ ਨੇ, ਉੱਥੇ ਗਾਣੇ ਗਾਏ ਜਾ ਰਹੇ ਨੇ ਤੁਹਾਡੇ ਜਜ਼ਬਾਤਾਂ ਨੂੰ ਮੇਨਟੇਨ ਰੱਖਣ ਲਈ, ਸਤਿਕਾਰ ਦੇਣ ਲਈ। ਚਲੋ ਸਟੇਜ ਦੇ ਉੱਤੇ ਤਾਂ ਜੋ ਹੋ ਰਿਹਾ ਉਹ ਹੋ ਹੀ ਰਿਹਾ। ਇੰਡੀਵਿਜੂਅਲ ਜਦੋਂ ਮੈਂ ਉਸ ਬੱਚੇ ਦੀ ਗੱਲ ਕੀਤੀ ਨਾ ਜਿਹੜਾ ਅੱਧੀ ਬੋਰੀ ਲੈ ਕੇ ਬੈਠਾ ਹੋਇਆ ਤੇ ਉਹ ਬਿਲਕੁਲ ਹੀ ਇਕੱਲਾ ਆਪਣੀ ਮਾਂ ਨਾਲ ਗਿਆ ਹੋਇਆ, ਉਹ ਕੋਈ ਟੀਮ ਵਜੋਂ ਨਹੀਂ ਗਿਆ ਹੋਇਆ। ਤੇ ਇਹ ਸੱਚੀ ਮੁੱਚੀ ਇਸ ਤਰ੍ਹਾਂ ਹੀ ਹੈ ਕਿ ਤੁਹਾਡੇ ਮਨ 'ਚ ਜੇ ਕੋਈ ਭਾਵਨਾ ਹੈ ਤੇ ਉਹ ਭਾਵਨਾ ਦੇ ਵਿੱਚ ਜਦੋਂ ਪਿਆਰ ਸ਼ਾਮਲ ਹੋ ਗਿਆ, ਸਤਿਕਾਰ ਸ਼ਾਮਲ ਹੋ ਗਿਆ, ਤੇ ਤੁਸੀਂ ਇਹ ਸੋਚ ਕੇ ਚੱਲੋ ਕਿ ਤੁਸੀਂ ਉੱਥੇ ਜਿਹੜਾ ਹੈ ਉਹ ਸਿਰਫ ਤੇ ਸਿਰਫ ਹਾਜ਼ਰੀ ਲਵਾਉਣ ਜਾ ਰਹੇ ਹੋ। ਜਿੰਨਾ ਕੁ ਕਿਸੇ ਗੁਰਦੁਆਰੇ ਦੇ ਵਿੱਚ ਆਪਣੇ ਗੁਰੂ ਨੂੰ ਨਤਮਸਤਕ ਹੋ ਕੇ ਗੁਰੂ ਦੀਆਂ ਖੁਸ਼ੀਆਂ ਝੋਲੀ 'ਚ ਪਾਉਣ ਵਾਲੀ ਗੱਲ ਹੈ ਨਾ, ਮੈਂ ਦਾਅਵੇ ਨਾਲ ਕਹਿ ਸਕਦਾ ਉਸ ਤੋਂ ਵਧੇਰੇ ਖੁਸ਼ੀ ਅੱਜ ਦੀ ਡੇਟ ਦੇ ਵਿੱਚ ਉੱਥੇ ਬੈਠੇ ਕਿਸਾਨਾਂ ਨਾਲ ਜਾ ਕੇ ਉਹਨਾਂ ਨਾਲ ਉਹਨਾਂ ਦੀਆਂ ਅਸੀਸਾਂ ਲੈਣ 'ਚ। ਉਹ ਸਾਰੀਆਂ ਗੁਰਸਿੱਖ ਰੂਹਾਂ ਜਿਹੜੀਆਂ ਉੱਥੇ ਬੈਠੀਆਂ ਨੇ ਨਾ, ਉਹ ਇੱਕ ਅਵਸਥਾ ਦੀ ਮਾਲਕ ਹੈਗੀਆਂ ਨੇ ਤੇ ਤਾਂ ਹੀ ਉਸ ਤਰ੍ਹਾਂ ਬੈਠੀਆਂ ਹੋਈਆਂ। ਉੱਥੇ ਤੁਹਾਨੂੰ ਕੀਰਤਨ, ਉੱਥੇ ਤੁਹਾਨੂੰ ਸਿਮਰਨ, ਉੱਥੇ ਤੁਹਾਨੂੰ ਹਾਸਾ ਖੇਡਾ ਠੱਠਾ, ਆਮ ਤੁਸੀਂ ਕਹੋ ਕਿ ਉੱਥੇ ਹੀ ਤੁਹਾਡੇ ਪੰਜਾਬੀ ਭਰਾ ਬੈਠੇ ਨੇ, ਉੱਥੇ ਹੀ ਮੈਂ ਸਿੰਘੂ ਬਾਰਡਰ ਦੀ ਗੱਲ ਕਰ ਰਿਹਾ ਸਪੈਸੀਫਿਕਲੀ, ਉੱਥੇ ਹੀ ਨਾਲ ਹਰਿਆਣੇ ਤੋਂ ਵੀਰ ਬੈਠੇ ਨੇ। ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿ ਉਹ ਕੋਈ ਬੰਦਾ ਉਹਨੂੰ ਪੁੱਛਦਾ, ਉਹ ਕਹਿੰਦਾ ਯਾਰ ਕੱਲ੍ਹ ਤੱਕ ਤੇ ਤੁਹਾਡੀ ਇਹਨਾਂ ਨਾਲ ਲੜਾਈ ਸੀ, ਤੁਹਾਨੂੰ ਇਹ ਪਾਣੀ ਨਹੀਂ ਸੀ ਲੈਣ ਦਿੰਦੇ SYL ਤੋਂ, ਅੱਜ ਤੁਸੀਂ ਮਤਲਬ ਕਿ ਜਿਹੜਾ ਇਕੱਠੇ ਹੋ ਗਏ ਹੋ। ਉਹ ਅੱਗੋਂ ਰਿਪਲਾਈ ਕਰਦਾ, ਉਹ ਕਹਿੰਦਾ ਪਹਿਲੀ ਜ਼ਮੀਨ ਰਹੇਗੀ ਤੇ ਪਾਣੀ ਲੋੜ ਪਏਗਾ, ਜੇ ਜ਼ਮੀਨ ਨਾ ਰਹੀ ਤੇ ਪਾਣੀ ਕੀ ਲੜਾਂਗੇ। ਅੱਜ ਇਹ ਭਰਾ ਤੁਰੇ ਨੇ ਤੇ ਅਸੀਂ ਇਹਨਾਂ ਦੇ ਪਿੱਛੇ ਤੁਰ ਪਏ ਹਾਂ, ਕੱਲ੍ਹ ਅਸੀਂ ਤੁਰਾਂਗੇ ਤੇ ਇਹ ਸਾਡੇ ਨਾਲ ਤੁਰ ਪੈਣਗੇ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਪਿਆਰ 'ਚ ਮਤਲਬ ਕਿ ਜਿਹੜੀਆਂ ਅੱਜ ਤੱਕ ਵਿਥਾਂ ਪਾ ਕੇ ਸਾਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਤੇ ਪਹਿਲੀ ਵਾਰੀ ਮੈਂ ਕਹਿੰਦਾ ਵੀ ਮੈਂ ਉਹਨਾਂ ਵਿਥਾਂ ਨੂੰ ਮੁੱਕਦੇ ਹੋਏ ਵੇਖ ਰਿਹਾ। ਪਰ ਇਹ ਚੀਜ਼ ਨੂੰ ਤੁਸੀਂ ਇੱਥੇ ਬੈਠੇ ਅਹਿਸਾਸ ਨਹੀਂ ਕਰ ਸਕਦੇ। ਉੱਥੇ ਜਾਓਗੇ ਤੇ ਇਹ ਨਾ ਸੋਚਿਓ ਕਿ ਮੈਨੂੰ ਉੱਥੇ ਪਤਾ ਨਹੀਂ ਕੋਈ ਲੰਗਰ ਲੋੜ ਹੈ ਤੇ ਮੈਂ ਲੰਗਰ ਲੈ ਕੇ ਜਾਣਾ ਤੇ ਮੈਂ ਦੇ ਕੇ ਵਾਪਸ ਆ ਜਾਣਾ। ਨਹੀਂ, ਇਹ ਸੋਚ ਕੇ ਚੱਲਿਓ ਵੀ ਮੈਂ ਘਰੋਂ ਭਾਵੇਂ 50 ਆਲੂ ਦੇ ਪਰੌਂਠੇ ਬਣਾ ਕੇ ਲੈ ਜਾਵਾਂ, ਮੈਂ ਆਪਣੇ ਹੱਥੀਂ ਆਪਣੇ ਉਹਨਾਂ ਭਰਾਵਾਂ ਨੂੰ, ਆਪਣੇ ਉੱਥੇ ਪਰਿਵਾਰ ਦੇ ਜੀਆਂ ਨੂੰ ਬੁਰਕੀਆਂ ਤੋੜ ਕੇ ਉਹਨਾਂ ਦੇ ਮੂੰਹ 'ਚ ਪਾ ਕੇ ਆਉਣੀ ਹੈ। ਜਿਸ ਦਿਨ ਇਸ ਭਾਵਨਾ ਨਾਲ 10 ਪ੍ਰਸ਼ਾਦੇ ਵੀ ਲੈ ਕੇ ਚਲੇ ਜਾਓਗੇ ਨਾ, ਫਿਰ ਉੱਥੇ ਤੁਹਾਨੂੰ ਵੱਖਰਾ ਕੁਛ ਅਹਿਸਾਸ ਹੋਏਗਾ। ਫਿਰ ਮੈਂ ਜਿਹੜੀ ਗੱਲ ਬੇਨਤੀ ਕਰ ਰਿਹਾ ਵੀ ਗੁਰੂ ਅੱਗੇ ਨਤਮਸਤਕ ਹੋ ਕੇ ਝੋਲੀ ਪਵਾਉਣਾ ਖੁਸ਼ੀਆਂ ਸਮਝ ਆਉਂਦਾ, ਪਰ ਉਹੀ ਖੁਸ਼ੀਆਂ ਗੁਰੂ ਕੇ ਗੁਰਸਿੱਖਾਂ ਦੇ ਵਿੱਚ ਬੈਠ ਕੇ ਉਹਨਾਂ ਨਾਲ ਆਪਣਾ ਆਪ ਸ਼ਾਮਲ ਕਰਕੇ ਉਹਨਾਂ ਖੁਸ਼ੀਆਂ ਨੂੰ ਮਾਣਨ ਦਾ ਜਿਹੜਾ ਹੈ ਉਹ ਨਜ਼ਾਰਾ ਸ਼ਾਇਦ ਇਮੀਡੀਏਟ ਤੁਹਾਨੂੰ ਕਿਸੇ ਗੁਰਦੁਆਰੇ 'ਚੋਂ ਨਹੀਂ ਮਿਲੇਗਾ, ਉਹ ਤੁਹਾਨੂੰ ਉੱਥੋਂ ਹੀ ਜਾ ਕੇ ਮਿਲੇਗਾ। ਇੱਥੇ ਮੈਂ ਪੁੱਛਣਾ ਚਾਹਾਂਗਾ ਇੱਕ ਵੀਰ ਜੀ ਨਾਲ ਨੂੰ ਹੋਰ ਸਵਾਲ ਕਿ ਇੰਨਾ ਜਜ਼ਬਾ ਸਿੱਖਾਂ ਦੇ ਵਿੱਚ ਕਿੱਥੋਂ ਆਉਂਦਾ ਹੈ? ਨਹੀਂ ਚਲੋ ਇਹ ਇਸ ਤਰ੍ਹਾਂ ਜੇ ਮੈਨੂੰ ਪੁੱਛੋਗੇ ਤੇ ਜਜ਼ਬੇ ਦੇ ਪਿੱਛੇ ਸਿੱਖੀ ਤੇ ਹੈ ਹੀ ਹੈ, ਪਰ ਸਿੱਖੀ ਦੇ ਨਾਲ ਨਾਲ ਜਿੱਥੇ ਗੁਰਬਾਣੀ ਦਾ ਪ੍ਰਵਾਹ ਚੱਲ ਪਏਗਾ ਨਾ, ਉੱਥੇ ਜਜ਼ਬਾ ਬਿਲਕੁਲ ਹੋਰ ਤਰ੍ਹਾਂ ਦਾ ਹੋਏਗਾ। ਗੁਰੂ ਸਾਹਿਬ ਨੇ ਜੇ
ਰਹਿਤ ਦੀ ਗੱਲ ਕੀਤੀ ਵੀ ਸਿੱਖ ਨਾਲੋਂ ਰਹਿਤ ਹੈ, ਅਤੇ ਰਹਿਤ ਦੇ ਨਾਲ ਤੁਹਾਡਾ ਜੀਵਨ ਵੀ ਹੈ, ਅਤੇ ਉਹ ਜੀਵਨ ਜਿਹੜਾ ਹੈ ਉਹ ਅਗਵਾਈ ਤੁਹਾਨੂੰ ਗੁਰਬਾਣੀ ਨੇ ਬਖਸ਼ਿਸ਼ ਕਰਨੀ ਹੈ। ਪਰ ਮੈਂ ਇਹ ਨਹੀਂ ਕਹਾਂਗਾ ਕਿ ਜਿਹੜੇ ਵੀਰ ਉੱਥੇ, ਮੈਂ ਅੱਗੇ ਵੀ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੁੰਦਾ ਕਿ ਜੇ ਕਿਸੇ ਕਾਰਨ ਰਹਿਤ ਤੋਂ ਜਾਂ ਜੀਵਨ 'ਚ ਕਿਸੇ ਗੱਲ 'ਚ ਥੋੜ੍ਹੀ ਬਹੁਤੀ ਢਿਲਿਆਈ ਵੀ ਹੈ ਨਾ, ਸੇਵਾ ਵਾਲੇ ਪੱਖੋਂ ਤੁਸੀਂ ਕਦੀ ਉਹਨਾਂ ਨੂੰ ਦੇਖੋਗੇ ਸੜਕਾਂ ਦੇ ਉੱਤੇ ਖਲੋਤੇ, ਹੱਥ ਦੇ ਕੇ, ਹੱਥ ਜੋੜ ਕੇ, ਬੇਨਤੀਆਂ ਕਰਕੇ ਵੀ ਜੀ ਕੁਛ ਛਕ ਲਓ। ਇਹ ਮੈਨੂੰ ਲੱਗਦਾ ਵੀ ਇਹ ਗੁੜਤੀ ਤੇ ਜਿਹੜੀ ਹੈ ਨਾ, ਇਹ ਸਿੱਖੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਛਕਾ ਕੇ ਅਤੇ ਸੰਸਥਾਗਤ ਰੂਪ ਦੇ ਵਿੱਚ ਸੰਸਾਰ ਦੇ ਸਾਹਮਣੇ ਲਿਆਂਦਾ ਸੀ, ਅਤੇ ਜਿਹੜਾ ਉਹ ਆਪਾ ਗਵਾਉਣ ਵਾਲੀ ਭਾਵਨਾ ਹੈ, ਇਹ ਤੇ ਕੌਮ ਨੂੰ ਜਿਹੜੀ ਹੈ ਉਹ ਸਾਡੇ ਬਚਪਨ ਦੇ ਵਿੱਚੋਂ ਹੀ 1999 'ਚ ਜਿਹੜੀ ਆ ਉਹ ਝੋਲੀ 'ਚ ਪਈ ਹੈ। ਅਤੇ ਇਹ ਬਸ ਉਦੋਂ ਦੀ ਮੈਨੂੰ ਲੱਗਦਾ ਕਿ ਜਿਸ ਪ੍ਰਫੁੱਲਤਾ ਨਾਲ ਉਹਨੂੰ ਹੁਣ ਮਹਿਸੂਸ ਕੀਤਾ, ਉਸ ਪ੍ਰਫੁੱਲਤਾ ਨਾਲ ਅੱਗੇ ਮਹਿਸੂਸ ਨਹੀਂ ਸੀ ਕੀਤਾ। ਮੈਨੂੰ ਇਸ ਤਰ੍ਹਾਂ ਲੱਗਦਾ ਵੀ ਹੁਣ ਜੀਵਨ ਚੁੱਕੇ ਕਿਰਤੀਆਂ ਦੇ, ਮੈਂ ਕਿਸੇ ਨੂੰ ਵੀ ਛੁਟਿਆਣਾ ਨਹੀਂ ਚਾਹੁੰਦਾ। ਆਪਣੀ ਜਗ੍ਹਾ 'ਤੇ ਜਿਹੜਾ ਕੌਮ ਦੀ ਸੇਵਾ ਕਰਨ ਲਈ ਪ੍ਰਚਾਰ ਕਰਦਾ ਪਿਆ ਉਹਨੂੰ ਮੁਬਾਰਕ ਹੈ, ਪਰ ਉਹ ਕਿਰਤੀ ਜਿਹੜੇ ਨਿੱਜੀ ਜੀਵਨ ਦੇ ਵਿੱਚ ਕਿਰਤ ਕਰਕੇ ਜੀਵਨ ਜੀ ਕੇ ਗੁਰੂ ਦੇ ਹੁਕਮ ਨੂੰ ਪੁਗਾ ਰਹੇ ਨੇ, ਹੁਕਮ ਨੂੰ ਵਜਾ ਰਹੇ ਨੇ, ਉਹ ਉਹਨਾਂ ਦੇ ਜੀਵਨ 'ਚੋਂ ਜੋ ਕੁਛ ਨਿਕਲ ਕੇ ਸਾਹਮਣੇ ਆ ਰਿਹਾ ਨਾ, ਉਹਦਾ ਪ੍ਰਭਾਵ 20 ਦਿਨਾਂ 'ਚ ਹਰਿਆਣੇ ਦੇ ਸਾਥੀ ਵੀ ਮਹਿਸੂਸ ਕਰ ਰਹੇ ਨੇ, ਉਹ ਅਸੀਂ ਇੱਥੋਂ ਗਏ ਵੀ ਮਹਿਸੂਸ ਵੱਖਰਾ ਕਰ ਰਹੇ ਹਾਂ। ਉਹ ਸੱਚਾਈ ਇਹੀ ਹੈਗੀ ਹੈ ਕਿ ਉਹ ਅਸਲ ਤਰੀਕੇ ਨਾਲ ਗੁਰੂ ਦੇ ਹੁਕਮ ਅਨੁਸਾਰ ਜੀਵਨ ਕਿਵੇਂ ਜਿਉਣਾ, ਅਤੇ ਕੌਮੀ ਪਿਆਰ ਜਿਹੜਾ ਹੈ ਉਹ ਉੱਥੋਂ ਜਿਹੜਾ ਉਹ ਫੈਲ ਰਿਹਾ ਹੈਗਾ। ਇਸ ਸੰਘਰਸ਼ ਨੇ ਤੇ ਇੱਕ ਗੱਲ ਬਿਲਕੁਲ ਕਲੀਅਰ ਕੀਤੀ ਆ ਕਿ ਜਿਹੜਾ ਪੰਜਾਬ ਤੇ ਹਰਿਆਣੇ ਦਾ ਪਿਆਰ ਸੀ, ਉਹ ਜਿਹੜਾ ਦੁਬਾਰਾ ਉੱਭਰ ਕੇ ਆਇਆ ਹੈ ਨਵੇਂ ਸਿਰੋਂ, ਉਹਨੇ ਕੋਈ ਜ਼ਿਆਦਾ ਨੇੜਤਾ ਕਰਤੀ ਆ। ਉਹਦੇ ਨਾਲ ਉੱਥੇ ਜੋ ਸਿੱਖ ਵੀਰਾਂ ਦੇ ਨਾਲ ਹਿੰਦੂ ਵੀਰ ਅਤੇ ਮੁਸਲਮਾਨ ਵੀਰਾਂ ਨੇ ਵੀ ਲੰਗਰ ਲਾਏ ਨੇ, ਅਤੇ ਉਹਨਾਂ ਬਾਰੇ ਕੀ ਕਹੋਗੇ? ਨਹੀਂ, ਮੈਂ ਬਿਲਕੁਲ ਇਹੀ ਗੱਲ ਇੰਪੋਰਟੈਂਟਲੀ ਕਹਾਂਗਾ, ਕਿਉਂਕਿ ਮੈਂ ਉਹ ਸੁਭਾਅ ਹੁੰਦਾ ਕਿ ਬੰਦਾ ਆਪਣੇ ਪਰਿਵਾਰ ਦੇ ਜੀਆਂ ਦੀ ਹੀ ਗੱਲ ਕਰੀ ਜਾਂਦਾ। ਉੱਥੇ ਜਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਹਾਨੂੰ ਧਰਮ ਤੋਂ ਅੱਗੇ ਰਾਜਾਂ ਦਾ ਜਿਹੜਾ ਅਧਿਕਾਰ ਖੇਤਰ ਹੈ, ਸਾਰਾ ਕੁਝ ਖਤਮ ਹੋਇਆ ਨਜ਼ਰ ਆਉਂਦਾ। ਉੱਥੇ ਜਿਵੇਂ ਹੁੰਦਾ ਕਿ ਧਰਮ ਤੋਂ ਅੱਗੇ ਛੱਡ ਦਿਓ, ਜਾਤ ਪਾਤ ਨਾਂ ਦੀ ਵੀ ਚੀਜ਼ ਕੋਈ ਨਹੀਂ। ਤਾਂ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਸੀ ਵੀ ਉੱਥੇ ਜ਼ਿਆਦਾ ਤੁਸੀਂ ਕਹੋ ਕਿ ਤੁਹਾਨੂੰ ਸਿੱਖੀ ਦੀ ਪ੍ਰਫੁੱਲਤਾ ਨਜ਼ਰ ਆਉਂਦੀ ਹੈ। ਜਿਸ ਪਿਆਰ ਨਾਲ ਮੁਸਲਮਾਨ ਵੀਰ ਲੱਗੇ ਹੋਏ ਨੇ, ਜਿਸ ਪਿਆਰ ਨਾਲ ਹਿੰਦੂ ਵੀਰ ਲੱਗੇ ਹੋਏ ਨੇ, ਉਹ ਮੈਂ ਇਹੀ ਗੱਲ ਕਹਿ ਰਿਹਾ, ਕੁਛ ਚੀਜ਼ਾਂ ਜਿਹੜੀਆਂ ਨੇ, ਮੇਰੀ ਆਪਣੀ ਇੱਕ ਲਿਮੀਟੇਸ਼ਨ ਹੈ, ਮੈਂ ਕਹਾਂ ਕਿ ਮੈਂ ਬਹੁਤ ਜ਼ਿਆਦਾ ਕੁਛ ਉੱਥੇ ਬਖਾਨ ਕਰ ਪਾਇਆ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਉੱਥੇ ਜੋ ਕੁਛ ਹੋ ਰਿਹਾ ਉਹ ਤੁਹਾਡੀ ਸੋਚ ਤੋਂ ਸੱਚੀ ਮੁੱਚੀ ਬਹੁਤ ਬਾਹਰ ਹੈ। ਉਹਨੂੰ ਤਜਰਬਾ ਲੈਣ ਲਈ ਹੀ ਬਾਰ-ਬਾਰ ਕਹਿ ਰਿਹਾ ਕਿ ਤੁਸੀਂ ਉੱਥੇ ਜਾਓ। ਉੱਥੇ ਨਾ ਤੁਹਾਨੂੰ ਇੱਕ ਟਰਾਲੀ ਪੰਜਾਬ ਦੀ ਲੱਗੀ ਹੈ, ਨਾਲ ਹੀ ਟਰਾਲੀ ਹਰਿਆਣੇ ਦੀ ਲੱਗੀ ਹੋਈ ਹੈ, ਭਾਵੇਂ ਕਿ ਉੱਥੇ ਕੁਛ ਚੀਜ਼ਾਂ ਮੰਨ ਲਓ ਕੋਈ ਹੁੱਕੇ ਪੀ ਰਹੇ ਨੇ, ਮੈਨੂੰ ਹੋ ਸਕਦਾ ਉਹ ਕੰਫਰਟੇਬਲ ਨਾ ਲੱਗੀਆਂ ਹੋਣ, ਪਰ ਇੱਕ ਗੱਲ ਇਹ ਹੈ ਕਿ ਮੈਂ ਇੱਥੇ ਬੈਠਾ ਕਹਾਂ ਕਿ ਮੈਨੂੰ ਚੰਗੀ ਨਹੀਂ ਲੱਗੀ, ਉਹ ਕਿੰਨਾ ਹਾਲਾਤਾਂ 'ਚ ਉੱਥੇ ਪਿਛਲੇ 40 ਦਿਨ ਤੋਂ 35 ਦਿਨ ਤੋਂ ਬੈਠੇ ਨੇ, ਉਹ ਹਾਲਾਤਾਂ ਨੂੰ ਉਹ ਲੋਕ ਜਾਣਦੇ ਨੇ, ਅਤੇ ਜਿਹੜੀ ਚੀਜ਼ ਉਹਨਾਂ ਦੇ ਕਲਚਰ ਦਾ ਪਿਛਲੇ 100 ਸਾਲਾਂ ਤੋਂ ਹਿੱਸਾ ਹੈ, ਉਸ ਕਲਚਰ ਦੇ ਹਿੱਸੇ ਨੂੰ ਅੱਜ ਮੇਰਾ ਕਮੈਂਟ ਕਰਨਾ ਹੀ ਨਹੀਂ ਬਣਦਾ। ਜਾਂ ਤਾਂ ਮੈਂ 40 ਦਿਨਾਂ ਤੋਂ ਉੱਥੇ ਗਿਆ ਹੁੰਦਾ, ਉਸ ਠੰਡ 'ਚ ਉੱਥੇ ਉਹਦਾ ਕੋਈ ਕਿਣਕਾ ਮਾਤਰ ਵੀ ਸਰੀਰ 'ਤੇ ਹੰਢਾ ਰਿਹਾ ਹੁੰਦਾ, ਅਤੇ ਸ਼ਾਇਦ ਮੈਂ ਉਹਨਾਂ ਨਾਲ ਹੋਰ ਤਰੀਕੇ ਨਾਲ ਗੱਲ ਕਰਦਾ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਸਲਾਮ ਹੈ ਕਿਸਾਨੀ ਇਸ ਸੰਘਰਸ਼ ਨੂੰ, ਜਿਹਨੇ ਨਾ ਸਿਰਫ ਕੌਮਾਂ ਦਾ ਫਰਕ ਮਿਟਾਇਆ, ਬਲਕਿ ਰਾਜਾਂ ਦੀਆਂ ਸਰਹੱਦਾਂ ਦਾ ਫਰਕ ਮਿਟਾ ਕੇ, ਅਤੇ ਉੱਥੇ ਸਾਰੇ ਜਿਹੜੇ ਨੇ ਉਹ ਇੱਕ ਹੀ ਜਜ਼ਬੇ ਨਾਲ ਕਿ ਜਾਂ ਮਰਾਂਗੇ ਜਾਂ ਜਿੱਤਾਂਗੇ, ਉਹ ਫੀਲਿੰਗ ਜਿਹੜੀ ਹੈ ਨਾ ਉਹ ਬਸ ਗੁਰੂ ਸਾਹਿਬ ਕਿਰਪਾ ਕਰਨ। ਮੇਰੀ ਤਾਂ ਅਰਦਾਸ ਇਹੀ ਹੈ ਕਿ ਗੁਰੂ ਸਾਹਿਬ ਇਹਨਾਂ ਵੀਰਾਂ ਦਾ ਹੋਰ ਇਮਤਿਹਾਨ ਨਾ ਲੈ ਕੇ, ਅਤੇ ਜਿੱਤ ਉਹਨਾਂ ਦੀ ਝੋਲੀ ਪਾ ਕੇ, ਅਤੇ ਇਹਨਾਂ ਨੂੰ ਵਾਪਸ ਜਿਹੜਾ ਉਹ ਭੇਜਣ। ਬਾਕੀ ਅਸੀਂ ਅਰਦਾਸ ਕਰ ਸਕਦੇ ਹਾਂ, ਅਤੇ ਅਰਦਾਸ ਹੀ ਜਿਹੜੀ ਆ ਉਹ ਕਰਨੀ ਬਣਦੀ ਹੈ।
ਜੇਕਰ ਆਪਾਂ ਗੱਲ ਕਰੀਏ ਬਾਕੀ ਸਟੇਟਾਂ ਦੀ ਵੀ, ਪੰਜਾਬ ਨਾਲ ਹਰਿਆਣਾ ਤੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੀ ਹੈ। ਉਹਦੇ ਨਾਲ ਉੱਥੇ ਯੂਪੀ ਦੇ, ਐਮਪੀ ਤੋਂ, ਮਹਾਰਾਸ਼ਟਰ ਤੋਂ, ਕਰਨਾਟਕ ਤੋਂ ਜਿਹੜੀਆਂ ਹੋਰ ਵੀ ਸਟੇਟਾਂ ਉੱਥੇ ਸੰਯੋਗ ਕਰ ਰਹੀਆਂ। ਉਹਦੇ ਕਰਕੇ ਜਿਹੜਾ ਇਹ ਮੋਰਚਾ ਹੈ, ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਲੰਬਾ ਮੋਰਚਾ ਤਾਂ ਹੀ ਚੱਲ ਸਕਿਆ ਕਿ ਹਰ ਕੋਈ ਇਨਸਾਨ ਇਨਸਾਨੀਅਤ ਦੇ ਤੌਰ 'ਤੇ ਧਰਮ ਤੋਂ ਅਤੇ ਜਾਤ ਪਾਤ ਉੱਤੇ ਉੱਠ ਕੇ ਉੱਥੇ ਬੈਠਾ ਹੈ, ਅਤੇ ਉਹਦੇ ਕਰਕੇ ਹੀ ਇਹ ਜਿਹੜਾ ਸੰਘਰਸ਼ ਹੈ ਥੋੜ੍ਹਾ ਜ਼ਿਆਦਾ ਆਪਾਂ ਕਹਿ ਲਈਏ ਕਿ ਵਧੀਆ ਚੱਲ ਰਿਹਾ। ਨਹੀਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਤੁਹਾਡੀ ਇਸ ਗੱਲ ਨੂੰ ਥੋੜ੍ਹਾ ਜਿਹਾ ਹੋਰ ਅੱਗੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਅਲੱਗ-ਅਲੱਗ ਰਾਜਾਂ ਤੋਂ ਜਿਹੜਾ ਹੈ ਉਹ ਈਵਨ ਕਰਨਾਟਕਾ ਤੱਕ, ਮਹਾਰਾਸ਼ਟਰਾ, ਮੱਧ ਪ੍ਰਦੇਸ਼, ਯੂਪੀ ਅਤੇ ਹੁਣ ਗਾਜ਼ੀਪੁਰ, ਉਹਨਾਂ ਨੇ ਕਾਫੀ ਜ਼ਿਆਦਾ, ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਸ ਤੋਂ ਅੱਗੇ ਇਹ ਕਿਸਾਨ ਅੰਦੋਲਨ ਨਾ ਹੋ ਕੇ ਜਨ ਅੰਦੋਲਨ ਹੈ। ਤੁਸੀਂ ਕਿਸਾਨਾਂ ਤੋਂ ਬਾਹਰ ਵੀ, ਮਤਲਬ ਕਿ ਦੂਜੇ ਰਾਜਾਂ ਤੋਂ, ਮੈਂ ਜਦੋਂ ਉੱਥੇ ਜਾਣ ਦਾ ਮੌਕਾ ਮਿਲਿਆ ਅਤੇ ਸਾਊਥ ਇੰਡੀਅਨਸ ਰੰਗ ਕਰਮੀ ਡਰਾਮਾ ਖੇਡ ਰਹੇ ਸੀਗੇ ਸਾਨੂੰ, ਮਤਲਬ ਕਿ ਜਿਵੇਂ ਹੁੰਦਾ ਇਨਕਰੇਜ ਕਰਨ ਲਈ। ਅਤੇ ਮੈਂ ਪੁੱਛਿਆ, ਉਹ ਕਹਿੰਦੇ ਜੀ ਇਹ ਨਾ ਦਿੱਲੀ ਤੋਂ ਟੀਮ ਹੈ ਐਂਡ ਦੇ ਵਰ ਆਲ ਸਾਊਥ ਇੰਡੀਅਨਸ। ਅਤੇ ਮੈਂ ਸਾਊਥ ਇੰਡੀਅਨਸ ਕਹਿ ਕੇ ਵੀ ਉਹਨਾਂ ਨੂੰ ਆਪਣੇ ਹਿੱਸੇ ਨਾਲੋਂ ਬਾਹਰ ਨਹੀਂ ਕੱਢਣਾ ਚਾਹੁੰਦਾ, ਪਰ ਮੈਂ ਇਸ ਤਰ੍ਹਾਂ ਕਹਿੰਦਾ ਵੀ ਬਿਲਕੁਲ ਜਨ ਅੰਦੋਲਨ, ਅਲੱਗ-ਅਲੱਗ ਰਾਜਾਂ ਤੋਂ ਇੰਡੀਵਿਜੂਅਲਸ ਜੋ ਵੀ ਆਪਣਾ ਰੋਲ ਅਦਾ ਕਰ ਸਕਦੇ ਨੇ, ਉਹ ਉੱਥੇ ਆ ਕੇ ਰੋਲ ਅਦਾ ਕਰ ਰਹੇ ਨੇ। ਅਤੇ ਮੇਰੀ ਬੇਨਤੀ ਜਿਹੜੀ ਪਹਿਲੀ ਸੀ, ਉਹ ਮੈਂ ਵਾਪਸ ਫਿਰ ਜਿਹੜੀ ਹੈ ਉਹ ਕਰਨ ਲੱਗਾ। ਉਹ ਬੇਨਤੀ ਇਹੀ ਹੈ ਕਿ ਜੇ 26 ਤਰੀਕ ਨੂੰ ਕਿਸਾਨਾਂ ਨੇ ਕਾਲ ਦਿੱਤੀ ਹੈ ਕਿ 26 ਜਨਵਰੀ ਦੀ ਪਰੇਡ ਦੇ ਵਿੱਚ ਸ਼ਾਮਲ ਹੋਵੋ, ਅਤੇ ਉਹਦੇ 'ਚ ਮੇਰੀ ਸਨਿਮਰ ਬੇਨਤੀ ਹੈ ਕਿ ਜੇ ਬਾਕੀ ਰਾਜਾਂ ਤੋਂ ਆ ਕੇ ਵੀ ਸਾਥੀ ਜਿਹੜੇ ਨੇ ਉਹ ਸ਼ਾਮਲ ਹੋ ਰਹੇ ਨੇ, ਅਤੇ ਹੁਣ ਕਿਸੇ ਹੋਰ ਵੱਲ ਨਾ ਵੇਖੋ। ਹੁਣ ਇਹ ਵੇਟ ਨਾ ਕਰੋ, ਤੁਹਾਨੂੰ ਕਿਸੇ ਨੇ ਇਨਵੀਟੇਸ਼ਨ ਨਹੀਂ ਦੇਣਾ। ਵੈਸੇ ਤਾਂ ਬੜੇ ਖੂਬਸੂਰਤ ਇਨਵੀਟੇਸ਼ਨ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ, ਈਵਨ ਵਿਆਹ ਦੇ ਜਿਹੜੇ ਨੇ ਉਹ ਉਹਨਾਂ ਨੇ ਕੀਤੇ ਨੇ, ਬਟ ਤੁਹਾਨੂੰ ਕਿਸੇ ਨੇ ਇਨਵੀਟੇਸ਼ਨ ਨਹੀਂ ਦੇਣਾ। ਇਹ ਕਿਸਾਨਾਂ ਦੀ ਲੜਾਈ ਨਹੀਂ ਹੈ, ਇਹ ਲੜਾਈ ਸਾਡੀ ਹੈ, ਦੇਸ਼ ਵਾਸੀਆਂ ਦੀ ਹੈ। ਮੈਂ ਇਹਨੂੰ ਪੰਜਾਬ ਤੱਕ ਮਹਿਦੂਦ ਨਹੀਂ ਕਰ ਰਿਹਾ, ਦੇਸ਼ ਵਾਸੀਆਂ ਦੀ ਹੈ। ਦੇਸ਼ ਵਾਸੀਆਂ ਦੇ ਖਿਲਾਫ ਰੁਮਕਦੀ ਹੋਈ ਉਸ ਅਹੰਕਾਰ ਦੀ ਹਵਾ ਜਿਹੜੀ ਹੌਲੀ ਹੌਲੀ ਇਸ ਦੇਸ਼ ਦੀਆਂ ਲੋਕਤਾਂਤਰਿਕ ਸਾਰੀਆਂ ਵੈਲਿਊਜ਼ ਨੂੰ ਖਤਮ ਕਰਨ ਵਾਲੇ ਪਾਸੇ ਤੁਰੀ ਹੋਈ ਹੈ, ਉਸ ਵੈਲਿਊਜ਼ ਨੂੰ ਪੰਜਾਬੀਆਂ ਨੇ ਹਮੇਸ਼ਾ ਸੰਭਾਲਿਆ। ਅਤੇ ਮੇਰੀ ਬੇਨਤੀ ਪੰਜਾਬੀਆਂ ਤੱਕ ਹੈ ਕਿ ਦੇਸ਼ ਦੀ ਇਸ ਲੜਾਈ 'ਚ ਸਾਡਾ ਬਣਦਾ ਜੋ ਵੀ ਹਿੱਸਾ ਹੈ ਉਹ ਅਸੀਂ ਜ਼ਰੂਰ ਪਾਈਏ, ਪਰਿਵਾਰਾਂ ਸਮੇਤ। 26 ਤਰੀਕ ਦੀ ਉਸ ਪਰੇਡ ਨੂੰ, ਜਿਹੜੀ ਕਿ ਬਚਪਨ ਤੋਂ ਲੈ ਕੇ ਅੱਜ ਤੱਕ ਦੇਸ਼ ਦੀ 26 ਜਨਵਰੀ ਦੀ ਪਰੇਡ ਜਿਹੜੀ ਹੈ ਉਹਦਾ ਸੁਪਨਾ ਜ਼ਰੂਰ ਦੇਖਦੇ ਹੁੰਦੇ ਸੀ ਜਦੋਂ ਪਰੇਡ ਦੇਖਣੀ। ਚਲੋ ਉਹਦੇ 'ਚ ਕੋਈ ਸ਼ਾਮਲ ਹੋਇਆ ਕਿ ਨਹੀਂ ਹੋਇਆ, ਪਰ ਇਹ ਸਵੈਮਾਨ ਦੀ, ਇਹ ਹੰਕਾਰੀਆਂ ਦੇ ਖਿਲਾਫ, ਉਹਨਾਂ ਵੱਲੋਂ ਬਣਾਏ ਗਏ ਗਲਤ ਕਾਨੂੰਨਾਂ ਖਿਲਾਫ, ਅਤੇ ਪੰਜਾਬ ਦੇ ਆਪਣੇ ਇੱਕ ਸੁਭਾਅ ਮੁਤਾਬਕ ਕਿ ਅਸੀਂ ਹਮੇਸ਼ਾ ਹੀ ਜਿਹੜਾ ਉਹ ਗਲਤ ਅੱਗੇ ਡਟੇ ਹਾਂ। ਮੈਨੂੰ ਲੱਗਦਾ ਵੀ ਪਰਿਵਾਰਾਂ ਸਮੇਤ ਇੱਕ ਦਿਨ ਲਈ 26 ਜਨਵਰੀ ਨੂੰ ਉਸ ਪਰੇਡ 'ਚ ਜ਼ਰੂਰ ਸ਼ਾਮਲ ਹੋਣ ਲਈ ਜਾਓ, ਇਹ ਮੇਰੀ ਸਨਿਮਰ ਬੇਨਤੀ ਹੈ। ਜਿਵੇਂ ਕਿ ਵੀਰ ਜੀ ਉਹਨਾਂ ਨੇ ਇੱਕ ਆਪਾਂ ਨੂੰ ਬੇਨਤੀ ਵੀ ਕੀਤੀ ਹੈ ਕਿ 26 ਤਰੀਕ ਦਾ ਜੋ ਸੱਦਾ ਹੈ ਦਿੱਲੀ ਦੀ ਬਾਰਡਰਾਂ ਤੋਂ, ਕਿ ਸਾਨੂੰ ਸਾਰਿਆਂ ਨੂੰ, ਵੀਰਾਂ ਨੂੰ, ਭੈਣਾਂ ਨੂੰ, ਫੈਮਲੀਆਂ ਸਮੇਤ ਸਾਰੇ ਪਰਿਵਾਰਾਂ ਨੂੰ ਜੋ ਸਾਨੂੰ ਉੱਥੇ ਜਾ ਕੇ ਸਹੂਲੀਅਤ ਕਰਨੀ ਚਾਹੀਦੀ ਆ, ਕਿ 26 ਤਰੀਕ ਨੂੰ ਭਾਵੇਂ ਸਾਡੇ ਕੋਲ ਟਰੈਕਟਰ ਨਹੀਂ ਆ, ਪਰ ਆਪਾਂ ਕੋਲ ਜਿਹੜਾ ਵੀ ਸਾਧਨ ਹੈ, ਜੋ ਵੀ ਸਾਧਨ, ਆਪਾਂ ਉਸ ਸਾਧਨ ਦੇ ਜ਼ਰੀਏ ਉੱਥੇ ਜਾ ਕੇ ਉੱਥੋਂ ਦਾ ਜਿਹੜਾ ਅੱਖੀ ਡਿੱਠਾ ਹਾਲ ਵੀਰ ਜੀ ਨੇ ਸੁਣਾਇਆ, ਜੇ ਉਹ ਆਪਾਂ ਆਪਣੀ ਨਿਗਾਹ ਦੇ ਨਾਲ ਦੇਖਾਂਗੇ, ਸ਼ਾਇਦ ਹੋ ਸਕਦਾ ਕਿ ਉਹ ਇਸ ਤੋਂ ਵੀ ਵਧੀਆ ਹੋਵੇ। ਅਤੇ ਸਾਡੇ ਸਾਰਿਆਂ ਨੂੰ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਵੀਰ ਜੀ ਨੇ ਬੇਨਤੀ ਕੀਤੀ ਹੈ ਕਿ ਇੱਕ ਵਾਰੀ ਹਰ ਇਨਸਾਨ ਉੱਥੇ ਜਾ ਕੇ ਜ਼ਰੂਰ ਉਹ ਅੱਖੀ ਡਿੱਠਾ ਹਾਲ ਆਪਣੀ ਅੱਖਾਂ ਨਾਲ ਦੇਖ ਕੇ ਆਵੇ। ਅਤੇ ਵੀਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਉਹਨਾਂ ਨੇ ਅੱਜ ਦੇ ਪ੍ਰੋਗਰਾਮ 'ਚ ਸਾਨੂੰ ਉੱਥੋਂ ਦਾ ਅੱਖੀ ਡਿੱਠਾ ਹਾਲ ਸੁਣਾਇਆ। ਅਤੇ ਜਿਹੜੀਆਂ ਵੀਰ ਜੀ ਨੇ 3 ਘਟਨਾਵਾਂ ਜਿਹੜੀਆਂ ਉਹਨਾਂ ਨਾਲ ਉੱਥੇ ਵਾਪਰੀਆਂ ਨੇ ਉਹਦੇ ਬਾਰੇ ਸਾਨੂੰ ਦੱਸਿਆ ਹੈ। ਜੇਕਰ ਤੁਸੀਂ ਵੀ ਉਹ ਚੀਜ਼ਾਂ ਵੇਖਣੀਆਂ ਚਾਹੁੰਦੇ ਹੋ ਤਾਂ 26 ਤਰੀਕ ਤੋਂ ਪਹਿਲਾਂ ਜਾਂ 26 ਤਰੀਕ ਨੂੰ ਉੱਥੇ ਜਾ ਕੇ ਜ਼ਰੂਰ ਇੱਕ ਵਾਰੀ ਦੇਖ ਕੇ ਜ਼ਰੂਰ ਆਇਓ। ਅਤੇ ਕੈਮਰਾਮੈਨ ਸੁਮਨਪ੍ਰੀਤ ਦੇ ਨਾਲ ਹਰਪ੍ਰੀਤ ਸਿੰਘ ਅੰਮ੍ਰਿਤਸਰ ਤੋਂ, ਪੁਕਾਰ TV।